ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨ ਕੋਇ। ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਇ। ਕਬੀਰ ਕਸੌਟੀ ਰਾਮ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰੀ ਹਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕਾ। ਇਹ ਪਵਿੱਤਰ ਪਾਵਨ ਰਾਮਕਲੀ ਕੀ ਵਾਰ ਮਹੱਲਾ ਤੀਜਾ। ਜੋਧਾ ਵੀਰੈ ਪੂਰਬਾਣੀ ਕੀ ਧੁਨੀ, ਸਰਲੇਖ ਹੇਠ ਜੋ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਾਮਕਲੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਵਾਰ ਲਿਖਾਈ ਹੈ। ਉਸ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਇਹ ਚੌਥਾ ਸ਼ਲੋਕ ਕਬੀਰ ਕਸੌਟੀ ਰਾਮ ਕੀ ਇਹ ਵਾਲਾ ਲਿਖਵਾ ਰਹੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਕਬੀਰ ਸਾਹਿਬ ਜੀ ਦੇ ਕਬੀਰ ਕਸੌਟੀ ਰਾਮ ਕੀ ਵਾਲੇ ਸ਼ਲੋਕ ਦੇ ਅਰਥ ਦਾ ਵਿਚਾਰ ਦੱਸੋ। ਤਾਂ ਗੁਰੂ ਮਹਾਰਾਜ ਸਿੱਖਾਂ ਨੂੰ ਸਰਵਣ ਕਰਵਾ ਰਹੇ ਹਨ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਇਹ ਪਾਵਨ ਸ਼ਲੋਕ ਛੰਦ ਹੈ। ਕਬੀਰਾ ਕਸੌਟੀ ਰਾਮ ਕੀ। ਭਗਤ ਕਬੀਰ ਜੀ ਨੇ ਇਹ ਬਚਨ ਕਥਨ ਕੀਤੇ ਹਨ ਕਿ ਰਾਮ ਪਰਮੇਸ਼ਰ ਦੀ ਭਗਤੀ ਜਾਂ ਤਤਖਿਆ ਰੂਪੀ ਕਸਵਟੀ ਪਰਖ ਉਤੇ ਝੂਠਾ ਟਿਕੈ ਨਾ ਕੋਇ। ਮਿਥਿਆ ਪਦਾਰਥਾਂ ਵਿੱਚ ਲੱਗਿਆ ਕੋਈ ਵੀ ਪੁਰਖ ਜਿਹੜਾ ਝੂਠਾ ਹੈ, ਉਹ ਝੂਠਾ ਪੁਰਖ ਟਿਕ ਨਹੀਂ ਸਕਦਾ ਹੈ। ਰਾਮ ਕਸੌਟੀ ਸੋ ਸਹੈ। ਰਮਿਆ ਹੋਇਆ ਰਾਮ ਜੋ ਪਰਮੇਸ਼ਰ ਹੈ, ਉਸ ਦੀ ਭਗਤੀ ਜਾਂ ਤਤਖਿਆ ਰੂਪ ਕਸਵਟੀ ਜਾਂ ਭਾਣਾ ਬਣਾਉਣ ਦੀ ਪਰਖ ਨੂੰ ਉਹੀ ਪੁਰਖ ਸਹਾਰ ਸਕਦਾ ਹੈ। ਜੋ ਮਰ ਜੀਵਾ ਹੋਏ। ਜਿਹੜਾ ਸੰਸਾਰ ਵੱਲੋਂ ਮਰ ਕੇ ਪਰਮੇਸ਼ਰ ਵੱਲ ਜੀਵਿਆ ਹੁੰਦਾ ਹੈ, ਜਾਂ ਜੋ ਵਾਹਿਗੁਰੂ ਨਾਲ ਲਿਵ ਲਾ ਕੇ ਜੀਵਤ ਭਾਵ ਤੋਂ ਮਰਿਆ ਹੋਵੇ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ
ਭਰਮ ਭਉ ਖੋਵਣਾ। ਸਿੱਖ ਜਿਹੜਾ ਹੈ ਉਹ ਮੁਰਦੇ ਦੇ ਤੁੱਲ ਹੈ। ਜਿਵੇਂ ਮੁਰਦਾ ਕਬਰ 'ਚ ਪਿਆ ਆਪਦੀ ਅੰਗ ਪੈਰ ਨਹੀਂ ਹਿਲਾਉਂਦਾ, ਇਸੇ ਤਰ੍ਹਾਂ ਸਬਰ ਰੱਖਣਾ ਪੈਂਦਾ, ਸੰਤੋਖ ਰੱਖਣਾ ਪੈਂਦਾ, ਸਿਦਕੀ ਰਹਿਣਾ ਪੈਂਦਾ, ਆਪਦੇ ਆਪ ਨੂੰ ਸ਼ਹੀਦ ਕਰਾਉਣਾ ਪੈਂਦਾ ਹੈ। ਤਾਂ ਹੀ ਗੁਰੂ ਦਾ ਸਿੱਖ ਗੁਰੂ ਜੀ ਦੇ ਦਰਬਾਰ ਵਿੱਚ ਪ੍ਰਮਾਣ ਹੁੰਦਾ ਹੈ। ਜਿਵੇਂ ਪਾਵਨ ਸ੍ਰੀ ਲਹਿਣਾ ਜੀ ਦੀ ਬਹੁਤ ਭਾਰੀ ਪ੍ਰੀਖਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਨੇ ਆਪ ਕੀਤੀ। ਮਾਤਾ ਸੁਲੱਖਣੀ ਜੀ ਗੁਰੂ ਸਾਹਿਬ ਨੂੰ ਬਾਰ-ਬਾਰ ਬੇਨਤੀ ਕਰਦੇ ਕਿ ਗੁਰੂ ਸਾਹਿਬ ਜੀ, ਇਹ ਭਲਾ ਪੁਰਖ ਕਿਸੇ ਅਮੀਰ ਘਰਾਣੇ ਦਾ ਆਪ ਜੀ ਦੇ ਚਰਨਾਂ ਵਿੱਚ ਆਇਆ ਹੈ। ਆਪ ਜੀ ਵੇਖੋ ਨਦੀਨ ਦੀ ਪੰਡ ਚੁਕਾ ਕੇ ਸਾਡੇ ਕਿਸੇ ਨਾ ਕੰਮ ਦੀ, ਇਹ ਚਿੱਕੜ ਕਿਸ ਕੰਮ ਆਉਣਾ ਹੈ। ਤੁਸੀਂ ਇਸ ਭਲੇ ਪੁਰਖ ਦੇ ਬੜੇ ਕੀਮਤੀ ਸੁੰਦਰ ਵਸਤਰਾਂ ਨੂੰ ਖਰਾਬ ਕੀਤਾ ਹੈ। ਵੇਖੋ ਇਹਦਾ ਸੋਹਣਾ ਦਸਤਾਰਾ ਚਿੱਕੜ ਦੀ ਪੰਡ ਵਿੱਚੋਂ ਗੰਦਾ ਪਾਣੀ ਚੋ ਕੇ ਇਹਦੀ ਦਸਤਾਰ ਉੱਪਰ, ਇਹਦੇ ਮੋਢਿਆਂ ਦੇ, ਇਹਦੇ ਚਿਹਰੇ ਉੱਪਰ ਪੈ ਰਹੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਹੇ ਸੁਲੱਖਣੀ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਮੈਂ ਚਿੱਕੜ ਦੀ ਪੰਡ ਦੇ ਸੀਸ 'ਤੇ ਨਹੀਂ ਝੁਕਾਈ। ਮੈਂ ਵੇਖ ਰਿਹਾ ਕਿ ਸੰਸਾਰ ਦੇ ਦੁੱਖਾਂ ਦੀ ਪੰਡ, ਪਰਉਪਕਾਰ ਦੀ ਪੰਡ, ਜ਼ਿੰਮੇਵਾਰੀ ਦੀ, ਜੋ ਗੁਰਤਾ ਗੱਦੀ ਦੀ ਪੰਡ ਹੈ, ਇਹ ਚੁੱਕ ਸਕਦਾ ਹੈ ਕਿ ਨਹੀਂ। ਇਹ ਜਿਹੜੇ ਛੱਟੇ ਤੂੰ ਚਿੱਕੜ ਦੇ ਕਹਿ ਰਹੀ ਹੈ, ਇਹ ਕੇਸਰ ਅਤੇ ਅਤਰ ਫਲੇਲ ਦੇ ਛੱਟੇ ਨੇ। ਸਮਾਂ ਆਵੇਗਾ ਇਹਦੇ 'ਤੇ ਸੁਗੰਧੀ ਛਿੜਕੀ ਜਾਵੇਗੀ। ਫਿਰ ਵੇਖੋ ਮਰੀ ਹੋਈ ਚੂਈ ਬਿੱਲੀ ਸੁੱਟ ਗਈ ਅਤੇ ਸਾਹਿਬਜ਼ਾਦਿਆਂ ਨੂੰ ਆਖਿਆ, ਉਹਨਾਂ ਜਵਾਬ ਦੇ ਦਿੱਤਾ ਕਿ ਮਾੜਾ ਕੰਮ ਤੁਸੀਂ ਸਾਥੋਂ ਕਰਾ ਕੇ ਸੰਗਤ ਵਿੱਚ ਬੇਇੱਜ਼ਤੀ ਕਰਦੇ ਹੋ। ਪਾਵਨ ਸ੍ਰੀ ਲਹਿਣਾ ਜੀ ਨੂੰ ਇਸ਼ਾਰਾ ਹੀ ਕੀਤਾ, ਉਹਨਾਂ ਆਪਦੇ ਹੱਥਾਂ ਨਾਲ ਚੁੱਕ ਕੇ ਵਗਾਹ ਮਾਰੀ ਦੂਰ। ਕਹਿੰਦੇ, ਵੇਖ ਲਾ ਸੁਲੱਖਣੀ, ਤੂੰ ਆਪਦੇ ਬੱਚਿਆਂ ਦੀ ਸਿਫਾਰਿਸ਼ ਪਾਉਣੀ ਹੈ ਅਤੇ ਵੇਖ ਤੇਰੇ ਬੱਚੇ ਮੇਰੇ ਆਖੇ ਨਹੀਂ ਲੱਗਦੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸ਼ੰਕਾ ਹੋਇਆ ਕਿ ਅਸੀਂ ਵੀ ਤਾਂ ਗੁਰਸਿੱਖ ਹਾਂ, ਗੁਰੂ ਜੀ ਸਾਡੇ ਨਾਲ ਇੰਨਾ ਕਿਉਂ ਨਹੀਂ ਪਿਆਰ ਕਰਦੇ ਜਿੰਨਾ ਉਹਨਾਂ ਗੁਰੂ ਅੰਗਦ ਦੇਵ ਜੀ ਨਾਲ ਕਰਦੇ। ਤਾਂ ਮਹਾਰਾਜ ਨੇ ਸਮਾਂ ਵੇਖਣ ਦੀ ਪ੍ਰੀਖਿਆ ਕੀਤੀ। ਇਹ ਗੁਰਤਾ ਗੱਦੀ ਦੀ ਪ੍ਰੀਖਿਆ ਹੋ ਰਹੀ ਹੈ। ਜਦ ਭਗਤੀ ਸੰਪੂਰਨ ਹੋਵੇ, ਬਖਸ਼ਿਸ਼ ਕਰਨੀ ਹੋਵੇ, ਉਹ ਗੁਰਸਿੱਖ ਦੀ ਵੱਖਰੀ ਕਸੌਟੀ ਹੁੰਦੀ ਹੈ। ਉਹ ਮਹਾਰਾਜ ਉਹ ਵੱਖਰੀ ਪ੍ਰੀਖਿਆ ਕਰਦੇ, ਬੜੀ ਸਖਤ ਪ੍ਰੀਖਿਆ। ਆਖਿਆ, ਬਾਬਾ ਜੀ ਜਾ ਕੇ ਵੇਖੋ ਸਮਾਂ ਕੀ ਹੋਇਆ। ਕਹਿੰਦੇ, ਜੀ ਅੱਧੀ ਰਾਤ ਦਾ। ਮਹਾਰਾਜ ਕਹਿੰਦੇ, ਨਹੀਂ, ਤੁਹਾਨੂੰ ਭੁਲੇਖਾ ਲੱਗਾ, ਅੰਮ੍ਰਿਤ ਵੇਲਾ ਹੋ ਗਿਆ। ਜਾਓ ਸਾਡੇ ਵਸਤਰ ਧੋ ਕੇ ਸੁਕਾ ਕੇ ਲੈ ਕੇ ਆਓ। ਬਾਬਾ ਜੀ ਕਹਿਣ ਲੱਗੇ, ਗੁਰੂ ਜੀ ਤੁਹਾਨੂੰ ਭੁਲੇਖਾ ਲੱਗਾ ਹੈ, ਰਾਤ ਦੇ 12 ਵਜੇ ਨੇ। ਪਾਵਨ ਸ੍ਰੀ ਲਹਿਣਾ ਜੀ ਨੂੰ ਕਿਹਾ ਕਿ ਜਾ ਪੁਰਖਾ ਤੂੰ ਦੇਖ ਕੇ ਆ ਕੇ ਕਿਹਾ, ਜੀ ਸਮਾਂ ਤਾਂ ਅੱਧੀ ਰਾਤ ਦਾ ਹੀ ਹੋਇਆ। ਮਹਾਰਾਜ ਕਹਿੰਦੇ, ਨਹੀਂ, ਤੈਨੂੰ ਭੁਲੇਖਾ ਲੱਗਾ। ਕਹਿੰਦੇ, ਜੀ ਹਾਂ, ਭੁਲੇਖਾ ਲੱਗਾ। ਜਿੰਨੀ ਰਾਤ ਆਪ ਨੇ ਬਤੀਤ ਕਰ ਦਿੱਤੀ ਉਨੀ ਬਤੀਤ ਹੋਈ ਹੈ, ਜਿੰਨੀ ਰੱਖ ਲਈ ਉਨੀ ਰਹਿ ਗਈ ਹੈ। ਫਿਰ ਮਹਾਰਾਜ ਕਹਿੰਦੇ, ਚੁੱਕ ਕੱਪੜੇ ਅਤੇ ਚੱਲ ਧੋ ਕੇ ਲਿਆ ਕੇ ਸੁਕਾ ਕੇ ਮੈਨੂੰ ਦੇ। ਜਾ ਕੇ ਦਰਿਆ 'ਤੇ ਦੇਖਿਆ ਤਾਂ ਉੱਥੇ ਸੂਰਜ ਚੜ੍ਹਿਆ ਹੋਇਆ ਸੀ। ਵਸਤਰ ਧੋ ਕੇ ਸੁਕਾ ਕੇ ਰਾਤੋਂ ਰਾਤ ਗੁਰੂ ਸਾਹਿਬ ਨੂੰ ਹਾਜ਼ਰ ਕੀਤੇ। ਫਿਰ ਆਖਰੀ ਪ੍ਰੀਖਿਆ ਭਾਈ ਭਗੀਰਥ, ਬਾਬਾ ਬੁੱਢਾ ਸਾਹਿਬ ਜੀ ਅਤੇ ਇਹ ਗੁਰਸਿੱਖ ਵੀ ਵੇਖੋ ਪਿੱਛੇ ਹੋ ਗਏ। ਇੱਕ ਪਾਵਨ ਸ੍ਰੀ ਲਹਿਣਾ ਜੀ ਪਾਸ ਹੋਏ। ਧਾਨਕ ਰੂਪ ਰਾਹਾ ਕਰਤਾਰ। ਜਦ ਗੁਰੂ ਸਾਹਿਬ ਨੇ ਧਾਨਕ ਦਾ ਰੂਪ ਧਾਰਿਆ, ਕੇਸ ਖਿਲਾਰ ਲਏ, ਵਸਤਰ ਉਤਾਰ ਦਿੱਤੇ, ਤੇੜ ਵਾਲਾ ਇੱਕੋ ਹੀ ਵਸਤਰ ਪਹਿਨਿਆ ਅਤੇ ਬਾਣ ਲਪੇਟ ਲਿਆ। ਲੱਸੀ ਦੇ ਛੱਟੇ ਮਾਰ ਕੇ ਮੱਖੀਆਂ ਇਕੱਠੀਆਂ ਕਰ ਲਈਆਂ,
ਕੁੱਤੇ ਮਗਰ ਲਾ ਰਹੇ। ਜਦ ਸੰਗਤ ਮਗਰ ਮਗਰ ਦੌੜੀ ਤਾਂ ਗੁਰੂ ਸਾਹਿਬ ਨੇ ਕੁਦਕਾ ਦਿਖਾਇਆ, ਅਤੇ ਜਦ ਫਿਰ ਵੀ ਨਹੀਂ ਹਟੇ ਫਿਰ ਪੈਸੇ ਦਿਖਾਏ। ਪੈਸੇ ਚੁੱਕ ਕੇ ਕਈ ਚਲੇ ਗਏ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਹੈ ਜੋ ਮਰਜੀ ਵਾ ਹੋਏ। ਫਿਰ ਚਾਂਦੀ ਦੇ ਰੁਪਈਏ ਦਿਖਾਏ, ਕਈ ਉਹ ਚੁੱਕ ਕੇ ਲੈ ਗਏ। ਫਿਰ ਸੋਨੇ ਦੀਆਂ ਮੋਹਰਾਂ ਦਿਖਾਈਆਂ, ਕਈ ਉਹ ਚੁੱਕ ਕੇ ਭੱਜ ਗਏ। ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਹੀਰੇ ਮੋਤੀ ਜਵਾਹਰਾਤ ਚੁਕਾ ਦਿੱਤੇ। ਤਿੰਨੇ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਗੁਰਸਿੱਖ ਜਿਹੜੇ ਅਨੰਨ ਸ਼ਰਧਾਲੂ ਸਨ, ਅਤੇ ਪਾਵਨ ਸ੍ਰੀ ਲਹਿਣਾ ਜੀ ਮਾਰੇ। ਕਹਿੰਦੇ ਤੁਸੀਂ ਕਿਉਂ ਨਹੀਂ ਗਏ ਓਏ? ਆ ਕੁਦਕਾ ਦਿਖਦਾ? ਕਹਿੰਦੇ ਜੀ ਆਪ ਦੇ ਸਿੱਖ ਹਾਂ। ਮਾਰੇ ਕਹਿੰਦੇ ਤੁਸੀਂ ਕੁੱਟਣੇ ਸਿੱਖ ਕਹਾਉਂਦੇ ਹੋ, ਫਫੇ ਕੁੱਟਣੇ, ਮਤਲਬ ਕਹਿਣਾ ਕੁਛ ਹੋਰ, ਅੰਦਰੋਂ ਭਾਵਨਾ ਨਾ ਹੋਣੀ। ਕਹਿੰਦੇ ਜੀ ਅਸੀਂ ਆਪ ਜੀ ਦੇ ਸਿੱਖ ਹਾਂ, ਤੁਹਾਨੂੰ ਛੱਡ ਕੇ ਕਿੱਥੇ ਜਾਈਏ? ਗੁਰੂ ਸਾਹਿਬ ਕਹਿ ਲੈਂਦੇ ਜੇ ਸਿੱਖ ਹੋ ਤਾਂ ਮੁਰਦਾ ਖਾਓ। ਮੁਰਦਾ ਦੇਖ ਕੇ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਜੀ ਝਾੜੀਆਂ ਵਾਲੇ ਰੁਕ ਗਏ। ਰਾਮ ਕਸੌਟੀ ਸੋ ਹੈ ਜੋ ਮਰਜੀ ਵਾ ਹੋਏ। ਪਰ ਪਾਵਨ ਸ੍ਰੀ ਲਹਿਣਾ ਜੀ ਉਹ ਮੁਰਦੇ ਦੇ ਕੋਲ ਜਾ ਕੇ ਖੜ ਗਏ। ਗੁਰੂ ਸਾਹਿਬ ਨੇ ਕੁਦਕਾ ਦਿਖਾਇਆ, ਆਖਿਆ ਆਈ ਉਹ ਮੈਂ ਤੇਰੇ ਮੋਢੇ ਭੰਨ ਦਿਆਂਗਾ। ਇਹ ਮੁਰਦਾ ਖਾਂਦਾ ਕਿਉਂ ਨਹੀਂ? ਦੇਰ ਕਿਉਂ ਲਾਈ ਹੋਈ ਹੈ? ਆਖੇ ਜੀ ਸਿੱਖਾਂ। ਕਿ ਇਹੋ ਜਿਹੇ ਸਿੱਖ ਆਖੇ ਤਾਂ ਲੱਗਦੇ ਨਹੀਂ। ਕਹਿੰਦੇ ਮਹਾਰਾਜ ਇਸ ਹੁਕਮ ਦੀ ਦੇਰ ਹੈ ਕਿ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂਗੇ ਸਿਰ ਵੱਲੋਂ। ਗੁਰੂ ਸਾਹਿਬ ਕਹਿਣ ਲੱਗੇ ਕਿ ਸਿਰ ਵੱਲੋਂ ਸ਼ੁਰੂ ਕਰਕੇ ਪੈਰਾਂ ਤੱਕ ਸਾਰਾ ਹੀ ਖਾ। ਜਾਂ ਚਾਦਰ ਉਤਾਰੀ ਤਾਂ ਹੇਠਾਂ ਕੜਾਹ ਪ੍ਰਸ਼ਾਦ ਵੇਖ ਕੇ ਨਾਲੇ ਤਾਂ ਛਕਿਆ, ਨਾਲੇ ਗੁਰੂ ਸਾਹਿਬ ਦਾ ਹੁਕਮ ਮੰਨਿਆ, ਨਾਲੇ ਨਿਹਾਲ ਹੋ ਗਏ। ਮਹਾਰਾਜ ਨੇ ਘੁੱਟ ਕੇ ਗਲਵੱਕੜੀ ਦੇ ਵਿੱਚ ਲਿਆ। ਭਾਈ ਗੁਰਦਾਸ ਜੀ ਦਾ ਬਚਨ ਹੈ, ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤਰੰਗੀ ਉਠਾਇਆ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੂੰ, ਜਿਨ੍ਹਾਂ ਦਾ ਪਹਿਲਾ ਨਾਮ ਪਾਵਨ ਸ੍ਰੀ ਲਹਿਣਾ ਜੀ ਸੀ। ਔਰ ਉਹ ਵੀ ਗੁਰੂ ਸਾਹਿਬ ਨੇ ਵਰ ਦਿੱਤਾ, ਆਖਿਆ ਤੂੰ ਲੈਣਾ ਤੇ ਮੈਂ ਦੇਣਾ। ਜਿਨ੍ਹਾਂ ਨੇ ਲੈਣਾ ਹੋਵੇ ਉਹ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਨੇ, ਜਿਹੜੇ ਦੇਣ ਵਾਲੇ ਹੁੰਦੇ ਨੇ ਉਹਨਾਂ ਨੂੰ ਚੱਲਣਾ ਪੈਂਦਾ। ਇਹ ਪਹਿਲਾਂ ਹੀ ਵਰ ਬਖਸ਼ ਦਿੱਤਾ ਸੀਗਾ, ਲੈਣੇ ਦੇ ਨਾਮ 'ਤੇ ਵੀ ਵਰ ਦਿੱਤਾ। ਫਿਰ ਪਾਵਨ ਲਹਿਣੇ ਨੂੰ ਆਪ ਦੇ ਅੰਗਾਂ ਨਾਲ ਸੁਹਾ ਕੇ ਅੰਗਤ ਬਣਾ ਦਿੱਤਾ। ਆਖਿਆ ਕਿ ਸਾਡਾ ਸਰੂਪ ਨੇ ਗੁਰਤਾ ਗਦੀ 'ਤੇ ਬਿਠਾਲ ਕੇ ਜਿਹੜਾ ਸੀਸ ਕਿਸੇ ਅੱਗੇ ਨਹੀਂ ਚੁੱਕਿਆ, ਉਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਝੁਕਾ ਕੇ ਗੁਰਤਾ ਗਦੀ ਸਮੇਤ ਨਮਸਕਾਰ ਕਰ ਦਿੱਤੀ। ਅਤੇ ਇਸ ਵਾਸਤੇ ਇਹ ਜਿਹੜੀ ਕਸੌਟੀ ਹੈ, ਵਾਹਿਗੁਰੂ ਦੀ ਪਰਖ ਜਿਹੜੀ ਹੈ, ਉੱਤੇ ਬਿਰਲਾ ਵਾਂਝਾ ਹੀ ਕੋਈ ਟਿਕਦਾ ਹੈ। ਜਿਵੇਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੁੜਮਾਚਾਰੀ ਨੂੰ ਛੱਡ ਕੇ ਇੱਕ ਸੇਵਾਦਾਰ ਸਿੱਖ ਬਣ ਕੇ ਰਹੇ। ਫਿਰ ਜੁਲਾਈ ਦੀ ਖੱਡੀ ਦੇ ਨਾਲ ਚਰਨ ਅੜ ਕੇ ਮਹਾਰਾਜ ਹੇਠਾਂ ਡਿੱਗ ਪਏ। ਉਹ ਇੱਕ ਪਰਖੀ ਸੀਗੀ, ਉਹਨੇ ਬੋਲੀ ਮਾਰਨੀ। ਫਿਰ ਗੁਰੂ ਅੰਗਦ ਦੇਵ ਜੀ ਨੇ ਪੁੱਛਣਾ ਅਤੇ ਜੁਲਾਈ ਨੇ ਪੇਸ਼ ਹੋਣਾ, ਬੇਨਤੀ ਕਰਨੀ। ਜੁਲਾਈ ਨੇ ਕਿ ਇਹਨੂੰ ਠੀਕ ਕਰੋ। ਸਾਹਿਬਾਂ ਨੇ ਕਹਿਣਾ ਕਿ ਇਹ ਹੁਣ ਗੁਰੂ ਦਾ ਸਥਾਨ ਬਣੇਗਾ, ਤੁਸੀਂ ਆਪ ਦਾ ਘਰ ਛੱਡ ਕੇ ਚਲੇ ਜਾਓ ਤਾਂ ਤੰਦਰੁਸਤ ਰਹੋਗੇ। ਫਿਰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਇਤਿਆਦਿਕ 12 ਮਰ ਦੇ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਨਿਵਾਜਣਾ। ਇਹ ਪਰਖ ਹੀ ਤਾਂ ਹੋਈ ਸੀ 12 ਸਾਲ ਲਗਾਤਾਰ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਥੜੇ ਬਣਾਉਣ ਵਾਲੀ ਪਰਖ ਕਰਨੀ। ਆਖਿਆ ਪੁਰਖਾ ਇਹ ਚੰਗਾ ਨਹੀਂ ਬਣਿਆ, ਤੈਨੂੰ ਸਮਝ ਨਹੀਂ ਆਉਂਦੀ, ਜੋ ਮੈਂ ਕਹਿੰਦਾ ਉਸ ਤਰ੍ਹਾਂ ਤੂੰ ਨਹੀਂ ਬਣਾਉਂਦਾ। ਭਾਈ ਰਾਮਾ ਜੀ ਬੀਬੀ ਦਾਨੀ ਦੇ ਪਤੀ ਉਹ ਕਹਿਣ ਲੱਗੇ ਕਿ ਗੁਰੂ ਸਾਹਿਬ ਤੁਹਾਡੀ ਉਮਰ ਵੱਡੀ ਹੋ ਗਈ ਹੈ, ਜਿਸ ਤਰ੍ਹਾਂ ਕਹਿੰਦੇ ਹੋ ਮੈਂ ਤਾਂ ਉਸੇ ਤਰ੍ਹਾਂ ਬਣਾਉਂਦਾ।
ਪਰ ਤੁਹਾਨੂੰ ਚੇਤਾ ਭੁੱਲ ਜਾਂਦਾ। ਮਹਾਰਾਜ ਕਹਿੰਦੇ ਅੱਛਾ ਹੁਣ ਤੁਸੀਂ ਸਾਡੀ ਉਮਰ ਨੂੰ ਵੀ ਨੌਲਣ ਲੱਗ ਪਏ, ਚਲੋ ਕੋਈ ਬਾਤ ਨਹੀਂ, ਤੁਸੀਂ ਸਿਆਣੇ ਹੋਏ। ਤੇ ਧੰਨ ਗੁਰੂ ਰਾਮਦਾਸ ਹੱਥ ਜੋੜ ਕੇ ਕਹਿਣ ਲੱਗੇ, ਗੁਰੂ ਸਾਹਿਬ ਆਪ ਜੀ ਮੇਰੇ ਪਾਸ ਖੜ ਜਾਓ, ਮੈਂ ਥੜਾ ਢਾਹ ਦਿੰਦਾ ਹਾਂ ਤੇ ਮੈਨੂੰ ਦੱਸ ਕੇ, ਕਿਉਂਕਿ ਮੈਂ ਅਣਜਾਣ, ਮੈਨੂੰ ਚੇਤਾ ਭੁੱਲ ਜਾਂਦਾ, ਹੌਲੀ ਹੌਲੀ ਦੱਸ ਕੇ ਮੇਰੇ ਕੋਲ ਥੜਾ ਬਣਾਓ। ਕਹਿੰਦੇ ਪੁਰਖਾ ਤੂੰ ਧੰਨ ਹੈ, ਬੜੀ ਨਿਮਰਤਾ ਰੱਖੀ ਹੈ। ਇਹ ਪਰਖ ਵੇਖ ਕੇ ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ। ਫਿਰ ਬੀਬੀ ਭਾਨੀ ਜੀ ਨੇ ਪੀੜੇ ਥੱਲੇ ਹੱਥ ਦੇ ਕੇ ਆਪ ਦਾ ਖੂਨ ਰੁਕਾ ਲਿਆ, ਬਾਂਹ ਨੀਲੀ ਹੋ ਗਈ। ਇਹ ਵੀ ਇੱਕ ਪਰਖ ਸੀਗੀ। ਇਹ ਦੇਖ ਕਰਕੇ ਦੋਨਾਂ ਪਤੀ ਸਦੀ ਦੀ ਸ਼ਰਧਾ ਨੂੰ ਫਿਰ ਮਾਂ ਨੇ ਗੁਰਤਾ ਗੱਦੀ ਦੀ ਪੰਡ ਝੁਕਾਈ ਹੈ, ਸਾਰਾ ਕੁਝ ਦਿਖਾ ਕੇ, ਨਿਰਖ ਕੇ, ਪਰਖ ਕੇ। ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਗੁਰੂ ਰਾਮਦਾਸ ਸਾਹਿਬ ਜੀ ਨੇ ਪਰਖ ਕੀਤੀ। ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨਿ ਆਵਤ। ਸ਼ਕਤੀਆਂ ਨੂੰ ਜਰ ਕੇ ਰੱਖਣਾ ਸਭ ਤੋਂ ਵੱਡਾ ਗੁਣ ਗੁਰਤਾ ਗੱਦੀ ਦਾ ਪਰਖਿਆ ਗਿਆ ਕਿ ਕੁਰਬਾਨੀ ਕਰ ਦੇਣਗੇ, ਆਪ ਦਾ ਸਹੀ ਸਰੀਰ ਬਲੀਦਾਨ ਦੇ ਦੇਣਗੇ, ਪਰ ਸ਼ਕਤੀ ਨਹੀਂ ਦਿਖਾਉਣਗੇ, ਕਿਉਂਕਿ ਬੜੇ ਨਿਮਰਤਾ ਵਾਲੇ ਨੇ। ਮੇਰਾ ਮਨ ਲੋਚੈ ਗੁਰ ਦਰਸ਼ਨ ਦਾਈ, ਬਿਲਵ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਧ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਜੀਓ ਕੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਮਹਾਰਾਜ ਕਹਿਣ ਲੱਗੇ, ਵੇਖੋ ਬਾਬਾ ਬੁੱਢਾ ਜੀ ਕਿੰਨਾ ਇਹਨਾਂ ਦਾ ਪਿਆਰ ਹੈ ਸਾਡੇ ਨਾਲ, ਗੁਰਦੁਆਰੇ ਨਾਲ, ਗੁਰੂ ਕੀਆਂ ਸੰਗਤਾਂ, ਸਾਡੇ ਦਰਸ਼ਨ ਦਿਦਾਰਿਆਂ ਦੇ ਨਾਲ। ਕਿੰਨੀ ਸੋਹਣੀ ਬਾਣੀ ਉਚਾਰ ਰਹੇ ਨੇ। ਤੁਹਾਡੀ ਕੀ ਸਲਾਹ ਹੈ, ਇਹਨਾਂ ਨੂੰ ਗੁਰਤਾ ਗੱਦੀ ਨਾ ਦੇ ਦਈਏ? ਹਾਂਜੀ ਮਹਾਰਾਜ। ਸੋ ਸਾਧ ਸੰਗਤ ਜੀਓ, 3 ਚਿੱਠੀਆਂ ਭੇਜੀਆਂ, ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹ ਆਖਰੀ ਚਿੱਠੀ ਹੁਣ ਕਦ ਮਿਲੀ ਹੈ? ਪ੍ਰੇਤ ਤੁਧ ਭਗਵੰਤਾ, ਮੋਈ ਰਹਿ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਕੋਲੀ ਜੀਓ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇਹ ਪੜ੍ਹ ਕੇ ਗੁਰੂ ਸਾਹਿਬ ਨੂੰ ਬੁਲਾਇਆ, ਫਿਰ ਆਖਿਆ ਚੌਥਾ ਬੰਦ ਉਚਾਰੋ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਉ ਕੋਲੀ ਜੀਓ ਕੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਪਰਖੀ ਤਾਂ ਸੀਗੀ। ਫਿਰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਤਤੀ ਤਵੀ ਤੇ ਬੈਠ ਗਏ, ਪਰ ਸ਼ਕਤੀ ਨਹੀਂ ਦਿਖਾਈ। ਆਖਿਆ ਸਾਈਂ ਮੀਆਂ ਮੀਰ ਜੀ, ਤੁਹਾਡੇ ਬ੍ਰਹਮ ਗਿਆਨ ਵਿੱਚ ਕਚਿਆਈ ਹੈ। ਵੇਖੋ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨਿਆਈ। ਪ੍ਰੇਮਾ ਸਹਿਤ ਭਗਤੀ ਤੇ ਗਿਆਨ ਲੁਕੋ ਕੇ ਰੱਖਿਆ, ਪ੍ਰੇਮ ਹੀ ਜਨਾਇਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੁਭਾਅ ਲੋਕ ਪ੍ਰਚਾਰਦੇ ਨੇ ਵੀ ਗੁੱਸੇ ਖੋਰ ਸੀਗਾ। ਸਾਧ ਸੰਗਤ ਜੀਓ, ਗੁੱਸੇ ਵਿੱਚ ਤੇ ਵੀਰ ਰਸ ਵਿੱਚ ਬਹੁਤ ਬੜਾ ਅੰਤਰ ਹੈ। ਜੇ ਗੁਰੂ ਜੀ ਗੁੱਸੇ ਖੋਰ ਹੁੰਦੇ ਤਾਂ ਸਾਡੇ ਵਰਗੇ ਤਾਂ ਹਥਿਆਰ ਚੁੱਕ ਕੇ ਦਿੱਲੀ ਨੂੰ ਦੌੜ ਪੈਂਦੇ ਵੀ ਗੁਰੂ ਤੇਗ ਬਹਾਦਰ ਜੀ ਲੋਹ ਪਿੰਜਰੇ 'ਚ ਕੈਦ ਕੀਤੇ ਨੇ, ਚਲੋ ਆਪਾਂ ਜੰਗ ਕਰਕੇ ਮਹਾਰਾਜ ਨੂੰ ਛੁਡਾ ਕੇ ਲਿਆਈਏ। ਜਿਸ ਤਰ੍ਹਾਂ ਗੁਰੂ ਸਾਹਿਬ ਦਾ ਸੁਭਾਅ ਆਪਾਂ ਦੇਖਦੇ ਹਾਂ, ਸਾਰੇ ਕਹਿੰਦੇ ਬੜਾ ਵੀਰ ਅਸੀਂ ਹੈ, ਉਦੋਂ ਹੀ ਮਹਾਰਾਜ ਫੌਜ ਲੈ ਜਾਂਦੇ, ਪਰ ਨਹੀਂ, ਉਹ ਪਰਖ ਸੀਗੀ। ਬਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਈ। ਇਹ ਦੁਸ਼ਟ ਦਮਨ ਜੀ, ਜਿਵੇਂ ਤੁਸੀਂ ਸਤਿਯੁਗ ਦੇ ਵਿੱਚ ਦੈਂਤਾਂ ਤੋਂ ਮੇਰੀ ਰੱਖਿਆ ਕੀਤੀ, ਔਰ ਜਿਵੇਂ ਗਜਿੰਦਰ ਹਾਥੀ ਦੇ ਜੋ ਤੰਦੂਏ ਦੀਆਂ ਤਾਰਾਂ ਨਾਲ ਪੈਰ ਨੂੜੇ ਹੋਏ ਸਨ, ਕਰ ਧਰੇ ਚੱਕਰ ਬੈਕੁੰਠ ਤੇ ਆਏ। ਗੱਜ ਹਸਤੀ ਕੇ ਪ੍ਰਾਣ ਉਧਾਰੀ ਅਲੇ, ਸੁਦਰਸ਼ਨ ਚੱਕਰ ਚਲਾ ਕੇ ਉਹਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਛੁਡਾਇਆ, ਹਾਥੀ ਦੀ ਸਹਾਇਤਾ ਕੀਤੀ। ਇਸੇ ਤਰ੍ਹਾਂ ਤੁਸੀਂ ਭਗਵਾਨ ਹੋ, ਪਰਮਾਤਮਾ ਦਾ ਰੂਪ ਹੋ। ਤੇ ਹੁਣ ਇਸ ਵਕਤ ਮੈਨੂੰ ਔਰੰਗਜ਼ੇਬ ਨੇ ਪੈਰਾਂ 'ਚ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਲਾ ਕੇ ਤੇ ਲੋਹ ਪਿੰਜਰੇ 'ਚ ਕੈਦ ਕੀਤਾ ਹੋਇਆ। ਮੇਰਾ ਬਲ ਛੁਟਕ ਗਿਆ ਹੈ, ਬੰਧਨ ਪਏ ਹੋਏ ਨੇ, ਕੁਛ ਮੇਰੇ ਕੋਲੋਂ ਪਾ ਨਹੀਂ ਹੁੰਦਾ, ਮੇਰੀ ਸਹਾਇਤਾ ਕਰੋ। ਸਤਿਗੁਰ ਕਲਗੀਧਰ ਨੇ ਸੋਚਿਆ, ਮਨਾ
ਇਹ ਤਾਂ ਭਗਤੀ ਦਾ ਸਰੂਪ ਨੇ। ਵਾਹਿਗੁਰੂ ਦੀ ਸ਼ਕਤੀ ਕਿਰਪਾਨ ਹੈ, ਸ੍ਰੀ ਸਾਹਿਬ ਹੈ। ਵਾਹਿਗੁਰੂ ਦੀ ਭਗਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਤੋ ਇਹ ਭਗਤੀ ਨੇ ਅਵਤਾਰ ਧਾਰਿਆ ਹੈ। ਵਾਹਿਗੁਰੂ ਦੀ ਭਗਤੀ ਵਾਲਾ ਗੁਣ ਆਇਆ ਹੈ ਅਵਤਾਰ ਧਾਰ ਕੇ। ਸਤਿਯੁਗ ਤੋਂ ਭਗਤੀ ਕਰ ਰਹੇ ਔਰ ਇੰਨੀਆਂ ਸ਼ਕਤੀਆਂ ਦੇ ਮਾਲਕ ਨੇ। ਜੇ ਨਿਗਾਹ ਹੀ ਫੇਰ ਦੇਣ ਤੇ ਅੱਗ ਲਾ ਸੁੱਟਣ, ਧਰਤੀ ਪੁੱਠੀ ਕਰ ਦੇਣ, ਪਰ ਮੇਰੀ ਸਹਾਇਤਾ ਕਿਉਂ ਮੰਗ ਰਹੇ ਨੇ? ਇਸ 'ਚ ਕੋਈ ਕਾਰਨ ਹੈ। ਕਾਰਨ ਇਹ ਹੈ ਕਿ ਪਰਖ ਹੋ ਰਹੀ ਹੈ। ਜਿਹੜੇ ਸਮਰੱਥ ਹੁੰਦੇ ਨੇ ਉਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ, ਉਹਨਾਂ ਕੋਲੋਂ ਤਾਂ ਸਹਾਇਤਾ ਲਈਦੀ ਹੈ। ਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8.5 ਸਾਲ ਦੀ ਉਮਰ ਦੇ ਵਿੱਚ ਕਰੜੀ ਪ੍ਰੀਖਿਆ 'ਚੋਂ ਪਾਸ ਹੁੰਦਿਆਂ ਹੋਇਆਂ ਕੋਈ ਹਥਿਆਰ ਨਹੀਂ ਚੁੱਕਿਆ। ਕੋਈ ਗੁਰੂ ਸਾਹਿਬ ਦੀ ਸ਼ਕਤੀ ਵੀ ਬੜੀ ਸੀਗੀ ਗੁਰੂ ਗੋਬਿੰਦ ਸਿੰਘ ਦੇ ਵਿੱਚ ਵੀ। ਇਹ ਵੀ ਸਤਿਯੁਗ ਤੋਂ ਤਪ ਕਰਦੇ ਆ ਰਹੇ। ਮਹਾਰਾਜ ਨੇ ਸਾਧ ਸੰਗਤ ਜੀਓ ਸ਼ਬਦ ਉਚਾਰਿਆ ਮਹੱਲਾ 10ਵਾਂ। ਬਾਬਾ ਦੀਪ ਸਿੰਘ ਸਾਹਿਬ ਦੀ ਹੱਥ ਲਿਖਤ ਬੀੜ ਜੋ ਸ੍ਰੀ ਪਟਨਾ ਸਾਹਿਬ ਵਿਖੇ ਬਿਰਾਜਮਾਨ ਹੈ, ਉਹਦੇ 'ਚ ਮਹੱਲਾ 10ਵਾਂ ਲਿਖਿਆ ਹੋਇਆ ਹੈ। ਮਹੱਲਾ 10ਵਾਂ। ਬਲ ਛੁਟਕਿਓ ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਈ। ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਦੇ ਵਿੱਚ ਬਲ ਵੀ ਹੋ ਰਿਹਾ, ਬੰਧਨ ਵੀ ਤੁਹਾਡੇ ਛੁੱਟੇ ਹੋਏ ਨੇ। ਆਪ ਦੀ ਸਹਾਇਤਾ ਤੁਸੀਂ ਖੁਦ ਆਪ ਕਰ ਸਕਦੇ ਹੋ। ਜਿਨ੍ਹਾਂ ਨੇ ਵੇਖੋ 7 ਸਮੁੰਦਰਾਂ ਪਾਰ ਤੇ ਮੱਖਣ ਸ਼ਾਹ ਲੁਬਾਣੀ ਦਾ ਡੁੱਬਦਾ ਜਹਾਜ਼ ਬੰਨੇ ਲਾਇਆ, ਵੇਖੋ ਉਹ ਕਿਸੇ ਦੀ ਸਹਾਇਤਾ ਕਿਵੇਂ ਚਾਹ ਸਕਦੇ ਨੇ? ਅਜੇ ਗੁਰਤਾ ਗੱਦੀ ਦੇ ਪ੍ਰਗਟ ਨਹੀਂ ਸਨ ਹੋਏ, ਬਿਰਾਜਮਾਨ ਤਾਂ ਸੀ, ਤਾਂ ਹੀ ਸਹਾਇਤਾ ਕੀਤੀ। ਉਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਕੀ ਲੋੜ ਪੈ ਗਈ? ਤੁਹਾਡੇ ਕੋਲੋਂ ਤਾਂ ਸਭ ਦੁਨੀਆ ਸਹਾਇਤਾ ਮੰਗਦੀ ਹੈ। ਮਹਾਰਾਜ ਲੋਹ ਪਿੰਜਰੇ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਿੱਖਾਂ ਦੇ ਘਰ ਪ੍ਰਸ਼ਾਦਾ ਛਕਣ ਜਾਂਦੇ ਰਹੇ। ਕਾਜੀ ਨੇ ਵੇਖਿਆ ਸੀ ਤਾਂ ਚੁਗਲੀ ਮਾਰੀ। ਜਿਹੜਾ ਜਮਾਂਦਾਰ ਉਹ ਜੇਲ੍ਹ ਖਾਨੇ ਵਾਲਾ ਜਿਹੜਾ ਸਿਕਿਉਰਿਟੀ ਗਾਰਡ ਸੀਗਾ, ਉਹਨੇ ਸਿੱਖਾਂ ਦੇ ਘਰ ਵੀ ਦਰਸ਼ਨ ਕੀਤੇ ਅਤੇ ਲੋਹ ਪਿੰਜਰੇ ਵਿੱਚ ਵੀ ਕੀਤੇ। ਫਿਰ ਉਹ ਸ਼ਰਧਾਲੂ ਬਣ ਗਿਆ, ਕਹਿਣ ਲੱਗਾ ਜੀ ਮੈਂ ਤੁਹਾਡੀ ਕੀ ਨਿਗਰਾਨੀ ਕਰਨੀ ਹੈ? ਆਪ ਤਾਂ ਆਜ਼ਾਦ ਹੋ, ਆਪ ਕਿਰਪਾ ਕਰੋ, ਮੈਂ ਤੁਹਾਡਾ ਸਿੱਖ ਬਣਦਾ, ਇੱਥੋਂ ਕੈਦ ਵਿੱਚੋਂ ਤੁਸੀਂ ਭੱਜ ਜਾਓ ਜੀ, ਆਪਾਂ ਪਹਾੜਾਂ ਜ਼ਿੰਦਗੀ ਗੁਜ਼ਾਰ ਲਾਂਗੇ। ਮਹਾਰਾਜ ਕਹਿੰਦੇ ਨਹੀਂ, ਸੀਸ ਦੇ ਕੇ ਹਿੰਦੂ ਧਰਮ ਦੀ ਰਕਸ਼ਾ ਕਰਨੀ ਹੈ। ਇਸ ਵਾਸਤੇ ਪਰਖ ਤੋਂ ਬਗੈਰ ਕਿਸੇ 'ਤੇ ਵੀ ਬਖਸ਼ਿਸ਼ ਨਹੀਂ ਹੋਈ ਅੱਜ ਤੱਕ। ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਸਭਨਾਂ ਸੰਤਾਂ ਭਗਤਾਂ ਦੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਭਨਾਂ ਦੀ ਵਾਹਿਗੁਰੂ ਨੇ ਪਰਖ ਕੀਤੀ ਹੈ। ਇਸ ਲਈ ਕਬੀਰ ਸਾਹਿਬ ਜੀ ਉਚਾਰ ਰਹੇ ਹਨ। ਗੰਭੀਰ ਕਸੌਟੀ ਰਾਮ ਕੀ। ਕਬੀਰ ਸਾਹਿਬ ਜੀ ਦੇ ਬਚਨ ਨੇ ਕਿ ਪਰਮੇਸ਼ਰ ਦੀ ਭਗਤੀ ਤੇ ਤਿੱਖਿਆ ਰੋਗ ਜਾਂ ਪ੍ਰਤੱਖ ਕਸਵੱਟੀ ਪਰਖ ਉਤੇ। ਝੂਠਾ ਟਿਕਾਣਾ ਕੋਏ। ਮਿਥਿਆ ਪਦਾਰਥਾਂ 'ਚ ਲੱਗਿਆ ਕੋਈ ਵੀ ਝੂਠਾ ਪੁਰਖ ਟਿਕ ਨਹੀਂ ਸਕਦਾ ਹੈ। ਰਾਮ ਕਸੌਟੀ ਸੋ ਸਹੈ। ਪਰਮੇਸ਼ਰ ਦੀ ਭਗਤੀ ਜਾਂ ਤਿੱਖਿਆ ਰੂਪ ਕਸਵੱਟੀ ਜਾਂ ਭਾਣਾ ਮਨਾਉਣ ਦੀ ਪਰਖ ਨੂੰ ਉਹੀ ਪੁਰਖ ਸਹਾਰ ਸਕਦਾ ਹੈ ਜੋ ਮਰ ਜੀਵਾ ਹੋਏ। ਜਿਹੜਾ ਸੰਸਾਰ ਵੱਲੋਂ ਮਰ ਕੇ ਪਰਮੇਸ਼ਰ ਵੱਲ ਜੀਵਿਆ ਹੁੰਦਾ ਹੈ, ਜਾਂ ਜੋ ਵਾਹਿਗੁਰੂ ਨਾਲ ਲਿਵ ਲਾ ਕੇ ਜੀਵਤ ਭਾਵ ਤੋਂ ਮਰਿਆ ਹੋਵੇ। ਫਿਰ ਸਤਿਗੁਰਾਂ ਨੂੰ ਜੋ ਸਿੱਖਾਂ ਨੇ ਪ੍ਰਸ਼ਨ ਕੀਤੇ, ਪਹਿਲਾਂ ਸਤਿਗੁਰੂ ਜੀ ਉਹਨਾਂ ਪ੍ਰਸ਼ਨਾਂ ਨੂੰ ਉਚਾਰਨ ਕਰਕੇ ਉੱਤਰ ਬਖਸ਼ਦੇ ਹਨ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ। ਕਿਉਂ ਕਰੇ ਹੋ ਮਨ ਮਾਰੀਐ। ਪ੍ਰਸ਼ਨ ਹੈ, ਕਿਵੇਂ ਕਰਕੇ ਇਸ ਮਨ ਦੇ ਮੰਦੇ ਸੁਭਾਅ ਨੂੰ ਮਾਰੀਏ? ਕਿਉਂ ਕਰ ਮਿਰਤਕ ਹੋਏ। ਕਿਵੇਂ ਕਰਕੇ ਜੀਵਤ ਭਾਗ ਵੱਲ ਮਰਨ ਵਾਲਾ ਹੋਵੇ?
ਕਹਿਆ ਸ਼ਬਦ ਨਾ ਮਾਨਈ। ਇਸ ਦਾ ਉੱਤਰ ਆਪ ਹੀ ਬਖਸ਼ਦੇ ਨੇ ਕਿ ਜੀਵ ਗੁਰਾਂ ਦਾ ਕਿਹਾ ਹੋਇਆ ਉਪਦੇਸ਼ ਨਹੀਂ ਮੰਨਦਾ। ਹਉ ਮੈਂ ਛੱਡੈ ਨਾ ਕੋਏ। ਅਤੇ ਹੰਗਤਾ ਮਮਤਾ ਵੀ ਕੋਈ ਨਹੀਂ ਛੱਡਦਾ ਹੈ। ਇਸੇ ਕਰਕੇ ਨਾ ਹੀ ਮਨ ਦਾ ਮੰਦਾ ਸੁਭਾਅ ਮਰਦਾ ਤੇ ਨਾ ਹੀ ਜੀਵਤ ਭਾਵ ਵੱਲ ਮਰਨਾ ਹੁੰਦਾ। ਮਤਲਬ ਆਪ ਦਾ ਹੰਕਾਰ ਹਉਮੈ ਤਾਂ ਛੱਡਦਾ ਨਹੀਂ, ਅਰ ਗੁਰਾਂ ਦਾ ਕਿਹਾ ਹੋਇਆ ਉਪਦੇਸ਼ ਇਹ ਮੰਨਦਾ ਨਹੀਂ। ਫਿਰ ਮਨ ਦਾ ਮੰਦਾ ਸੁਭਾਅ ਮਰੇ ਕਿਵੇਂ? ਗੁਰੂ ਸਾਹਿਬ ਦੇ ਉਪਦੇਸ਼ ਨੂੰ ਤਾਂ ਮੰਨਿਆ ਨਹੀਂ, ਫਿਰ ਮੰਦਾ ਸੁਭਾਅ ਕਿਵੇਂ ਮਰੇ? ਅਰ ਜੀਵਤ ਭਾਵ ਵੱਲ ਮਰਨ ਵਾਲਾ ਕਿਵੇਂ ਹੋਵੇ? ਗੁਰ ਪ੍ਰਸਾਦੀ ਹਉਮੈ ਛੁਟੈ। ਇਹ ਸਤਿਗੁਰੂ ਜੀ ਹੁਣ ਆਪ ਹੀ ਕਿਰਪਾ ਕਰਕੇ ਦੱਸੋ ਵੀ ਹਉਮੈ ਕਿਵੇਂ ਛੁੱਟੇ? ਤਾਂ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਛੁੱਟਦੀ ਹੈ ਭਾਈ। ਜਿਸ ਦੀ ਦੇਹ ਦੀ ਹੰਗਤਾ ਗੁਰੂ ਦੀ ਕਿਰਪਾ ਨਾਲ ਛੁੱਟ ਜਾਏ, ਜੀਵਨ ਮੁਕਤ ਸੋਏ। ਉਹ ਪੁਰਖ ਜਗਤ ਵਿੱਚ ਜੀਵਨ ਮੁਕਤ ਰੂਪ ਹੁੰਦਾ ਹੈ। ਨਾਨਕ ਜਸਨੋ ਬਖਸ਼ੇ ਤਿਸ ਮਿਲੈ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਸ ਨੂੰ ਪੂਰਾ ਗੁਰੂ ਨਾਮ ਦੀ ਦਾਤ ਬਖਸ਼ ਦਿੰਦਾ ਤਿਸ ਨੂੰ ਬ੍ਰਹਮ ਵਿਦਿਆ ਜੀਵਨ ਮੁਕਤੀ ਮਿਲਦੀ ਹੈ। ਤਿਸ ਬਿਗਨ ਨ ਲਾਗੈ ਕੋਏ। ਫਿਰ ਤਿਸ ਨੂੰ ਕੋਈ ਵੀ ਕਾਮ ਆਦਿਕ ਦਾ ਵਿਘਨ ਨਹੀਂ ਲੱਗਦਾ ਹੈ। ਮਹਲਾ ਤੀਜਾ। ਤੀਜੇ ਪਾਤਸ਼ਾਹ ਆਪ ਹੀ ਪ੍ਰਸ਼ਨ ਉਚਾਰ ਰਹੇ ਹਨ। ਜੀਵਤ ਮਰਣਾ ਸਭ ਕੋ ਕਾਹੈ। ਜੀਵਤ ਭਾਵ ਤੋਂ ਮਰਨਾ ਤਾਂ ਵੇਦ ਸ਼ਾਸਤਰ ਰਿਖੀ ਮੁਨੀ ਆਦਿਕ ਸਭ ਕੋਈ ਕਹਿੰਦੇ ਹਨ। ਜੀਵਨ ਮੁਕਤ ਕਿਉ ਹੋਏ। ਪਰ ਜੀਵਨ ਮੁਕਤ ਕਿਵੇਂ ਹੋ ਸਕਦਾ ਹੈ? ਭੈ ਕਾ ਸੰਜਮ ਜੇ ਕਰੇ। ਆਪ ਹੀ ਗੁਰੂ ਸਾਹਿਬ ਉੱਤਰ ਬਖਸ਼ਦੇ ਨੇ ਕਿ ਜੇਕਰ ਜੀਵ ਪਰਮੇਸ਼ਰ ਦੇ ਭੈ ਧਾਰਨ ਦਾ ਸੰਜਮ ਪਥ ਸਾਧਨ ਕਰੇ। ਦਾਰੂ ਭਾਉ ਲਾਏ। ਅਤੇ ਪ੍ਰੇਮ ਰੂਪੀ ਦਾਰੂ ਦਵਾਈ ਲਾਉਣਾ ਕਰੇ। ਆਣ ਦਿਨ ਗੁਣ ਗਾਵੈ ਸੁਖ ਸਹਜੇ। ਅਤੇ ਰਾਤ ਦਿਨ ਪਰਮੇਸ਼ਰ ਦੇ ਗੁਣ ਗਾਉਣਾ ਕਰੇ ਤਾਂ ਸਹਿਜੇ ਸੁਤੇ ਸਿਧ ਹੀ ਸਰੂਪ ਦੀ ਪ੍ਰਾਪਤੀ ਦਾ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਬਿਖ ਭਵ ਜਲ ਨਾਮ ਤਰੇ। ਪਰ ਗੁਰਾਂ ਦੁਆਰਾ ਨਾਮ ਨੂੰ ਜਪ ਕੇ ਜ਼ਹਿਰ ਰੂਪ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਇਸ ਪ੍ਰਕਾਰ ਜੀਵਨ ਮੁਕਤ ਹੋ ਸਕਦਾ ਹੈ। ਨਾਨਕ ਗੁਰਮੁਖ ਪਾਈਐ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖਾਂ ਦੀ ਸੰਗਤ ਕਰਕੇ ਹੀ ਇਹ ਦਾਤ ਪਾਉਣਾ ਕਰੀਦੀ ਹੈ, ਪਰ ਪ੍ਰਾਪਤ ਉਸੇ ਨੂੰ ਹੀ ਹੁੰਦੀ ਹੈ। ਜਾਂ ਕੋ ਨਦਰ ਕਰੇ। ਜਿਸ ਉਤੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਇਸੇ ਪ੍ਰਕਾਰ ਨਾਨਕ ਗੁਰਮੁਖ ਪਾਈਐ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਮੁਖੀ ਗੁਰਾਂ ਦੀ ਸੰਗਤ ਕਰਕੇ ਹੀ ਵਾਹਿਗੁਰੂ ਨਾਮ ਪਾਈਦਾ ਹੈ। ਜਾਂ ਕੋ ਨਦਰ ਕਰੇ। ਪਰ ਪੂਰਾ ਗੁਰੂ ਉਸ ਨੂੰ ਪ੍ਰਾਪਤ ਹੁੰਦਾ ਜਿਸ ਉਤੇ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਦਾ ਹੈ। ਪੌੜੀ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਚਾਰ ਰਹੇ ਹਨ। ਦੂਜਾ ਭਉ ਰਚਾਇਓ ਨਾ। ਸੰਸਾਰ ਵਿੱਚ ਦਵੈਤ ਭਾਵ ਰਚਾਇਆ ਹੋਇਆ ਹੈ। ਪਰਮਾਤਮਾ ਨੇ ਖੁਦ ਆਪ ਹੀ ਤ੍ਰੈ ਗੁਣ ਵਰਤਾਰਾ। ਅਤੇ ਸੰਸਾਰ ਵਿੱਚ ਰਾਜਸੀ ਤਾਮਸੀ ਸਾਂਤਕੀ ਤਿੰਨਾਂ ਗੁਣਾਂ ਦਾ ਵਰਤਾਰਾ ਇਹ ਵਰਤ ਰਿਹਾ ਹੈ, ਜਾਂ ਤਿੰਨਾਂ ਗੁਣਾਂ ਦੇ ਵਰਤਾਰੇ ਵਾਲਾ ਜੋ ਸੰਸਾਰ ਹੈ ਇਸ ਵਿੱਚ ਦਵੈਤ ਭਾਵ ਰਚਾਇਆ ਹੋਇਆ ਹੈ। ਬ੍ਰਹਮਾ ਵਿਸ਼ਨ ਮਹੇਸ਼ ਉਪਾਇਆਨ। ਰਜੋ ਗੁਣੀ ਬ੍ਰਹਮਾ,
ਸਤੋਗੁਣੀ ਵਿਸ਼ਨੂੰ ਅਤੇ ਤਮੋਗੁਣੀ ਸ਼ਿਵ ਜੀ ਆਦਿਕ ਇਹ ਦੇਵਤੇ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਹਨ। ਹੁਕਮ ਕਮਾਵਨ ਕਾਰਾ, ਇਹ ਪਰਮੇਸ਼ਰ ਦੇ ਹੁਕਮ ਦੁਆਰਾ ਹੀ ਕਾਰਜ ਕਮਾਉਂਦੇ ਹਨ। ਪੰਡਤ ਪੜਦੇ ਜੋਤ ਕੀ, ਜਿਹੜੇ ਪੰਡਤ ਵਿਦਵਾਨ ਲੋਕ ਨੇ ਇਹ ਵੇਦਾਂ ਸ਼ਾਸਤਰਾਂ ਨੂੰ ਅਤੇ ਜੋ ਜੋਤਸ਼ੀ ਲੋਕ ਨੇ ਇਹ ਜੋਤਿਸ਼ ਸਮੁੰਦਰੀਕ ਗ੍ਰੰਥ ਇਤਿਹਾਦਿਕ ਸ਼ਾਸਤਰਾਂ ਨੂੰ ਪੜ੍ਹਦੇ ਰਹਿੰਦੇ ਹਨ। ਨਾ ਬੂਝਹਿ ਵਿਚਾਰਾ, ਪਰ ਸ੍ਰੇਸ਼ਟ ਵਿਚਾਰ ਜਾਂ ਸਰੂਪ ਦੀ ਵਿਚਾਰ ਨੂੰ ਬੁੱਝਦੇ ਨਹੀਂ, ਸਮਝਦੇ ਨਹੀਂ ਹਨ। ਸਭ ਕਿਛ ਤੇਰਾ ਖੇਲ ਹੈ, ਸੋ ਇਹ ਪਰਮਾਤਮਾ ਜੋ ਵੀ ਕੁਝ ਸੰਸਾਰ ਦੇ ਵਿੱਚ ਦਿਖ ਰਿਹਾ ਹੈ ਇਹ ਸਾਰਾ ਕੁਝ ਤੇਰਾ ਹੀ ਖੇਡ ਹੈ। ਸੱਚ ਸਿਰਜਣਹਾਰਾ, ਇਹ ਸੱਚੇ ਪਰਮੇਸ਼ਰ ਤੂੰ ਆਪ ਹੀ ਜਗਤ ਨੂੰ ਰਚਨ ਵਾਲਾ ਹੈ, ਸਭ ਕੁਝ ਤੇਰਾ ਹੀ ਖੇਲ ਹੈ। ਇਸੇ ਪ੍ਰਕਾਰ ਸਭ ਕਿਛ ਤੇਰਾ ਖੇਲ ਹੈ, ਸਭ ਕੁਝ ਤੇਰਾ ਹੀ ਖੇਲ ਰਚਿਆ ਹੋਇਆ ਹੈ। ਸਾਚਾ ਸਿਰਜਣਹਾਰਾ, ਇਹ ਸੱਚੇ ਰਚਨਹਾਰ ਵਾਹਿਗੁਰੂ ਪਰਮੇਸ਼ਰ ਜੀ, ਜਿਸ ਭਾਵੈ ਤਿਸ ਬਖਸ਼ ਲਹੈ। ਇਹ ਪਰਮੇਸ਼ਰ ਜਿਸ ਦੀ ਸ਼ਰਧਾ ਜਿਸ ਦੀ ਕਾਲਨਾ ਕਮਾਈ ਤੈਨੂੰ ਭਾ ਜਾਂਦੀ ਹੈ ਤਿਸ ਨੂੰ ਤੂੰ ਬਖਸ਼ ਲੈਂਦਾ ਹੈ। ਸੱਚ ਸ਼ਬਦ ਸਮਾਈ, ਉਸ ਦੀ ਸੱਚੇ ਗੁਰਾਂ ਦੀ ਉਪਦੇਸ਼ ਦੁਆਰਾ ਤੇਰੇ ਸਰੂਪ ਦੇ ਵਿੱਚ ਸਮਾਈ ਲੀਨਤਾ ਹੁੰਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਅਤੇ ਤੂੰ ਹੀ ਸੱਚੀ ਮਹਿਮਾ ਵਾਲਾ ਹੈ। ਇਹ ਜਿਹੜੀ ਪੰਕਤੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਨਾਲ ਆਪਾਂ ਤੁਹਾਨੂੰ ਪੜ੍ਹ ਕੇ ਸਰਵਣ ਕਰਾਈ ਹੈ, ਕਿਉਂਕਿ ਉਹਦੇ ਤੋਂ ਬਗੈਰ ਜਿਹੜੀ ਧੁਨੀ ਚੜਾਈ ਹੈ ਉਹਦੀ ਤਰਜ ਉਹਦੀ ਲਵੰਤਾ ਨਹੀਂ ਬਣਦੀ। ਇਹ ਗੁਰੂ ਸਾਹਿਬ ਦਾ ਹੁਕਮ ਹੈ ਕਿ ਹਰੇਕ ਪੌੜੀ ਤੋਂ ਬਾਅਦ ਇਹ ਪੰਕਤੀ ਪੜ੍ਹਨੀ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸ਼ਲੋਕ ਮਹਲਾ ਤੀਜਾ, ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਲੋਕ ਵਿੱਚ ਪਖੰਡ ਦਾ ਖੰਡਨ ਕਰਦੇ ਹਨ। ਮਨ ਕਾ ਝੂਠਾ ਝੂਠ ਕਮਾਵੈ, ਜੋ ਚਿੱਤ ਦਾ ਝੂਠਾ ਪੁਰਖ ਉਹ ਝੂਠ ਨੂੰ ਹੀ ਕਮਾਉਂਦਾ ਹੈ। ਜਾਂ ਇਸੇ ਪ੍ਰਕਾਰ ਮਨ ਕਾ ਝੂਠਾ ਝੂਠ ਕਮਾਵੈ, ਝੂਠੇ ਪਦਾਰਥਾਂ ਵਿੱਚ ਲੱਗ ਕੇ ਜਿਹੜਾ ਚਿੱਤ ਦਾ ਝੂਠਾ ਪੁਰਖ ਹੈ ਉਹ ਝੂਠੇ ਕਰਮਾਂ ਨੂੰ ਹੀ ਕਮਾਉਂਦਾ ਹੈ। ਮਾਇਆ ਨੂੰ ਫਿਰੈ ਸੋ ਫਿਰਦਾ ਤਾਂ ਮਾਇਆ ਲੈਣ ਵਾਸਤੇ ਹੈ, ਤੁਰਿਆ ਫਿਰਦਾ ਭੱਜਾ ਫਿਰਦਾ ਮਾਇਆ ਖਾਤਰ। ਤਪਾ ਸਦਾਵੈ, ਪਰ ਆਪਣੇ ਆਪ ਨੂੰ ਤਪਸਵੀ ਸਦਾਉਂਦਾ, ਤਪਸਵੀ ਅਖਵਾਉਂਦਾ ਹੈ ਕਿ ਮੈਂ ਬਹੁਤ ਬੜਾ ਤਪਸਵੀ ਹਾਂ। ਪਰਮੇ ਭੂਲਾ ਸਭ ਤੀਰਥ ਗਾਹੈ, ਜਿਵੇਂ ਇੱਕ ਰਾਜੇ ਦੇ ਕੋਲ ਜੋਗੀ ਆਇਆ ਸੀਗਾ ਤੇ ਰਾਜੇ ਨੇ ਆਖਿਆ ਸਮਾਧੀ ਲਾ ਕੇ ਦਿਖਾ। ਉਹ ਚਾਹੁੰਦਾ ਸੀ ਘੋੜਾ ਤੇ ਜੋੜਾ, ਉਹ ਘੋੜੇ ਜੋੜੇ 'ਚ ਉਹਦੀ ਸਮਾਧੀ ਲੱਗ ਗਈ ਤੇ ਰਾਜਾ ਉਮਰ ਭੋਗ ਕੇ ਮਰ ਗਿਆ, ਸਮਾਧੀ ਖੁੱਲੀ ਨਾ। ਉਹਦਾ ਮੁੰਡਾ ਰਾਜ ਤੇ ਬੈਠਾ, ਫਿਰ ਉਹਦੀ ਸਮਾਧੀ ਖੁੱਲੀ ਤੇ ਖੁੱਲ੍ਹਦਿਆਂ ਸਾਰ ਹੀ ਕਹਿੰਦਾ ਘੋੜਾ ਜੋੜਾ ਘੋੜਾ ਜੋੜਾ। ਕਹਿੰਦਾ ਜੋਗੀ ਇਹਦਾ ਕੀ ਮਤਲਬ ਘੋੜਾ ਜੋੜਾ? ਹਾਂ ਤੇਰੀ ਇਹ ਭਾਵਨਾ ਹੋਣੀ ਹੈ, ਤੂੰ ਇੱਛਾਧਾਰੀ ਹੋਣੀ ਹੈ, ਲਓ ਬਈ ਘੋੜਾ ਤੇ ਜੋੜਾ ਦਿਓ। ਇਸ ਤਰ੍ਹਾਂ ਦੇ ਵੀ ਸਮਾਧੀ ਵਾਲੇ ਤਪਸਵੀ ਜੋਗੀ ਲੋਕ ਹੁੰਦੇ ਹਨ। ਤੋ ਇਸ ਤਰ੍ਹਾਂ ਆਪਣੇ ਆਪ ਨੂੰ ਜੋਗੀ ਜਾਂ ਤਪਾ ਜਾਂ ਗਿਆਨੀ ਜੀ ਅਖਵਾਉਣਾ ਤੇ ਲੱਭਣੀ ਮਾਇਆ ਵੀ ਇੱਧਰੋਂ ਵੀ ਲੱਭ ਜਾਏ ਉੱਧਰੋਂ ਵੀ ਲੱਭ ਜਾਏ। ਓਹ ਤਪਾ ਕੈਸੇ ਪਰਮ ਗਤ ਪਾਲਾ ਹੈ,
ਪਰਮ ਭੂਲਾ ਸਭ ਤੀਰਥ ਗਾਹੈ। ਭਰਮ ਦੇ ਵਿੱਚ ਭੁੱਲਿਆ ਹੋਇਆ ਸਾਰੇ ਤੀਰਥਾਂ ਦੇ ਵਾਸ਼ਨਾ ਨੂੰ ਗ੍ਰਹਿਣ ਕਰਕੇ ਤੁਰਿਆ ਫਿਰਦਾ ਹੈ। ਭਾਵ 68 ਤੀਰਥਾਂ ਦੀ ਹੰਗਤਾ ਗ੍ਰਹਿਣ ਕਰੀ ਬੈਠਾ ਹੈ। ਓਹ ਤਪਾ ਕੈਸੇ ਪਰਮ ਗਤ ਲਾਹੈ। ਤੁਸੀਂ ਦੱਸੋ ਕਿ ਉਹ ਤਪਸਵੀ ਕਿਸ ਪ੍ਰਕਾਰ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਸਕਦਾ? ਭਾਵ ਨਹੀਂ ਪ੍ਰਾਪਤ ਕਰ ਸਕਦਾ। ਧਿਆਨ ਪੈਸੇ ਵਿੱਚ ਭੁੱਲਿਆ, ਤੀਰਥਾਂ ਦੇ ਵਾਸ਼ਨਾ ਦਾ ਮਾਰਿਆ ਤੁਰਿਆ ਫਿਰਦਾ ਹੈ ਅਤੇ ਰੱਬ ਦੀ ਬੰਦਗੀ ਵਿੱਚ ਉਹਦੇ ਸਰੂਪ ਦੇ ਵਿੱਚ ਤਾਂ ਧਿਆਨ ਹੀ ਨਹੀਂ ਹੈ, ਉਹਦੀ ਪ੍ਰਾਪਤੀ ਤਾਂ ਚਾਹੁੰਦਾ ਹੀ ਨਹੀਂ। ਫਿਰ ਉਹ ਕਿਵੇਂ ਮੁਕਤੀ ਪ੍ਰਾਪਤ ਕਰ ਸਕਦਾ ਹੈ? ਗੁਰ ਪ੍ਰਸਾਦੀ ਕੋ ਸੱਚ ਕਮਾਵੈ। ਗੁਰੂ ਦੀ ਕਿਰਪਾ ਦੁਆਰਾ ਕੋਈ ਬਿਰਲਾ ਪੁਰਖ ਹੀ ਸੱਚੇ ਨਾਮ ਨੂੰ ਕਮਾਉਂਦਾ ਹੈ। ਜੋ ਕਮਾਉਂਦਾ ਹੈ, ਜੋ ਕਮਾਵੇ ਸੋ ਉਤਰੈ ਪਾਰ। ਨਾਨਕ ਸੋ ਤਪਾ ਮੁਖੰਤਰ ਪਾਵੈ। ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਉਹ ਤਪਸਵੀ ਸੰਸਾਰ ਦੇ ਵਿੱਚ ਰਹਿੰਦਾ ਹੀ ਮੁਕਤੀ ਨੂੰ ਪਾ ਲੈਂਦਾ ਹੈ। ਉਹ ਤਪਾ ਅੰਤਰ ਭੇਦ ਵੱਲੋਂ ਛੁਟਕਾਰਾ ਪਾ ਲੈਂਦਾ ਹੈ। ਮਹਲਾ ਤੀਜਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਸੋ ਤਪਾ ਜਿਹੋ ਤਪ ਕਾਲੇ। ਅਸਲੀ ਉਹ ਤਪਸਵੀ ਹੈ ਜਿਹੜਾ ਗੁਰਮਤਿ ਦੁਆਰਾ ਦੱਸੇ ਇਸ ਤਪ ਨੂੰ ਕਮਾਉਂਦਾ ਹੈ। ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ। ਪੂਰੇ ਸਤਿਗੁਰੂ ਨੂੰ ਮਿਲਦਾ ਹੈ ਅਤੇ ਗੁਰੂ ਉਪਦੇਸ਼ ਦੁਆਰਾ ਹਰ ਵਕਤ ਪ੍ਰਭੂ ਨੂੰ ਯਾਦ ਕਰਦਾ ਜਾਂ ਬ੍ਰਹਮ ਨੂੰ ਸੰਭਾਲਣਾ ਕਰਦਾ ਹੈ। ਸਤਿਗੁਰ ਕੀ ਸੇਵਾ ਇਹੋ ਤਪ ਪਰਵਾਨ। ਜੋ ਪੂਰੇ ਸਤਿਗੁਰੂ ਦੀ ਸੇਵਾ ਟਹਿਲ ਕਰਨੀ ਹੈ, ਇਹੀ ਸਾਰੇ ਤਪਾਂ ਤੋਂ ਤਪ ਪ੍ਰਮਾਣਿਕ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਪੰਚ ਬਾਰ ਗੰਗ ਜਾਏ, ਬਾਰ ਪੰਜ ਪ੍ਰਾਗਤ ਨਾਏ, ਤੈਸਾ ਪੁਨ ਇੱਕ ਗੁਰ ਸਿੱਖ ਕੋ ਨਿਭਾਏ ਕਾ। ਸਿੱਖ ਕੋ ਪਿਲਾਏ ਪਾਣੀ, ਭਾਉ ਕਰ ਕੁਰ ਖੈਦ, ਤੈਸਾ ਪੁਨ ਫਲ ਸਿੱਖ ਕੋ ਜਿਵਾਏਗਾ। ਜੈਸੇ 20 ਬਾਰ ਦਰਸ਼ਨ ਕੀਆ ਸਾਧ ਕਾਹੂ, ਤੇ ਤੈਸਾ ਪੁਨ ਫਲ ਸਿੱਖ ਕੋ ਜਿਵਾਏ ਕਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨ, ਤੈਸਾ ਪੁਨ ਗੁਰ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਇਉਂ ਹੋਮ ਲੱਖ ਜਗ ਭੋਗ ਚਣੇ ਚਬਾਵਣੀ। ਜੋ ਗੁਰਸਿੱਖਾਂ ਨੂੰ ਚਣੇ ਚਬਾਉਣੇ ਨੇ, ਛੋਲੇ ਭੁੰਨ ਕੇ ਚਬਾਉਣੇ ਨੇ। ਅੱਜ ਕੱਲ੍ਹ ਤਾਂ ਜਿਹੜੇ ਚਣੇ ਨੇ, ਛੋਲੇ ਨੇ, ਬੜੇ ਮਹਿੰਗੇ ਹੋਏ ਪਏ ਹਨ। ਪੁਰਾਣਾ ਸਮਾਂ ਖੇਤਾਂ ਦੇ ਵਿੱਚ ਲੋਕ ਬੀਜਦੇ ਸਨ ਅਤੇ ਜਿਹੜੀ ਘਰ ਦੀ ਖੇਤੀ ਹੁੰਦੀ ਹੈ ਉਹ ਸਸਤੀ ਹੁੰਦੀ ਹੈ। ਰੋਟੀ ਦੁਰਲੱਭ ਸੀ ਕਣਕ ਦੀ, ਇਸ ਵਾਸਤੇ ਘਰ ਦੀ ਖੇਤੀ ਚਣੇ ਹੋਣ ਕਰਕੇ ਚਣਿਆਂ ਦਾ ਨਾਮ ਲਿਆ ਹੈ। ਮਤਲਬ ਕਹਿਣ ਤੋਂ ਕਿ ਜੋ ਪ੍ਰਸ਼ਾਦ ਪਾਣੀ ਕਿਸੇ ਨੂੰ ਕਿਸੇ ਵੀ ਚੀਜ਼ ਦੀ ਛਕਣ ਛਕਾਉਣ ਦੀ ਲੋੜ ਹੈ, ਉਹ ਗੁਰਸਿੱਖ ਨੂੰ ਹਾਜ਼ਰ ਕਰਨਾ। ਅਤੇ ਸਾਧ ਸੰਗਤ ਜੀਓ, ਇਹ ਲੱਖਾਂ ਹੀ ਹਵਨ ਦੇ ਵਿੱਚ ਜੋ ਦੇਸੀ ਘਿਓ ਦੀਆਂ ਕੜਛੀਆਂ ਪਾਉਣ ਦੇ ਬਰਾਬਰ ਹੈ। ਲੱਖਾਂ ਹੀ ਕੜਛੀਆਂ ਅੱਗ ਦੇ ਵਿੱਚ ਹਵਨ ਕਰ ਦਿਓ ਅਤੇ ਇੱਕ ਗੁਰਸਿੱਖ ਨੂੰ ਉਹਦੀ ਲੋੜ ਮੁਤਾਬਕ ਉਹਦੇ ਪੇਟ ਪੂਰਤੀ ਲਈ ਛਕਾਉਣ ਦਾ ਇਹ ਫਲ ਮਿਲਦਾ ਹੈ। ਮਤਲਬ ਇੰਨਾ ਫਲ ਹੈ। ਦੇਸੀ ਘਿਓ ਨੂੰ ਭਰ ਭਰ ਕੜਛੀਆਂ ਅੱਗ ਵਿੱਚ ਪਾਉਣ ਦੀ ਬਜਾਏ ਕਿਸੇ ਦੇ ਮੂੰਹ ਦੇ ਵਿੱਚ ਭੋਜਨ ਪਾ ਕੇ ਪਾਉਣਾ, ਇਹ ਲੱਖਾਂ ਹੀ ਜੱਗਾਂ ਦੇ ਬਰਾਬਰ ਹੈ। ਤੋ ਇੰਨਾ ਪੁੰਨ ਲੱਗਦਾ ਗੁਰੂ ਘਰ ਦੀ ਸੇਵਾ ਦਾ। ਮੈਂ ਤਾਂ ਇੱਕੋ ਹੀ ਗੱਲ ਸਮਝੀ ਗੁਰਦੁਆਰਾ ਸਾਹਿਬ ਆ ਕੇ, ਭਾਵੇਂ ਕੋਈ ਦੇਸ਼ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਵੀ ਕਿਉਂ ਨਾ ਬਣ ਜਾਏ ਅਤੇ ਜਿੰਨਾ ਮਰਜ਼ੀ ਪੂਰੀ ਦੁਨੀਆ ਦੇ ਅਮੀਰਾਂ ਦੇ ਵਿੱਚੋਂ ਆਪਦੀ ਗਿਣਤੀ ਲੈ ਆਵੇ, ਪਰ ਉਹ ਸਾਧ ਸੰਗਤ ਜੀਓ, ਜਿੰਨਾ ਲੰਗਰ ਗੁਰੂ ਘਰ ਵਰਤਦਾ ਹੈ ਇੰਨਾ ਉਹ ਲੰਗਰ ਵਰਤਾ ਨਹੀਂ ਸਕਦਾ। ਕਿਸੇ 'ਚ ਸਮਰੱਥਾ ਨਹੀਂ ਹੈ।
ਤੋ ਸਾਡੇ ਵਿੱਚ ਤਾਕਤ ਨਹੀਂ ਹੈ ਕਿ ਆਪਾਂ ਇਹਨਾਂ ਕੁਝ ਸੰਗਤਾਂ ਨੂੰ ਛਕਾ ਸਕੀਏ। ਤੋ ਇਸ ਲਈ ਕਿੰਨਾ ਚੰਗਾ ਹੋਏ ਜੇ ਗੁਰੂ ਕੀ ਪੰਗਤ ਦੇ ਵਿੱਚ ਹੀ ਵਰਤਦੇ ਲੰਗਰ 'ਚ ਹੀ ਰੋਟੀਆਂ ਵਰਤਾਉਣ ਲੱਗ ਪਈਏ, ਜਲ ਵਰਤਾਉਣ ਲੱਗ ਪਈਏ। ਲੰਗਰ ਗੁਰੂ ਦਾ ਦੇਣ ਵਾਲਾ ਪਰਮਾਤਮਾ, ਅਤੇ ਉਹ ਸੇਵਾ ਕਰਨ ਦੇ ਨਾਲ ਹੀ ਬਹੁਤ ਲਾਭ ਮਿਲੇ। ਤੋ ਆਪ ਘਰ ਪਕਾ ਕੇ ਛਕਾਉਣ ਦੀ ਬਜਾਏ ਜੇ ਮਹਾਰਾਜ ਨੇ ਨਹੀਂ ਇੰਨਾ ਕੁਝ ਦਿੱਤਾ ਤੇ ਗੁਰੂ ਘਰ ਆ ਕੇ ਪਕਾ ਕੇ ਸੇਵਾ ਕਰਕੇ ਅਤੇ ਫਲ ਪ੍ਰਾਪਤ ਕਰੀਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਵਰ ਪਾਵਨਾ ਹਉਮੈ ਵਿੱਚੋਂ ਜਾਏ। ਗੁਰੂ ਦੇ ਸਿੱਖ ਨੂੰ ਇੱਕ ਸ਼ਬਦ ਪੜ੍ਹਾ ਦੇਣਾ, ਸੰਥਿਆ ਕਰਾ ਦੇਣੀ। ਜਿਵੇਂ ਕਿਸੇ ਨੇ 100 ਸੋਹਣੇ ਦੇ ਮੰਦਰ ਦਾਨ ਕਰ ਦਿੱਤੇ ਹੋਣ, ਇਹਦੇ ਤੋਂ ਵੱਧ ਫਲ ਮਿਲਦਾ ਹੈ। ਇਉਂ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਵਚਨ ਕਰਿਆ ਕਰਦੇ ਸਨ ਕਿ 1 ਘੰਟਾ ਕਥਾ ਦੇ ਵਿੱਚ ਜੋ ਹਾਜ਼ਰੀ ਲਵਾਉਣੀ ਹੈ, ਜਿੰਨਿਆਂ ਨੇ ਸਰਵਣ ਕਰ ਲਿਆ ਉਨੇ ਘੰਟੇ ਦਾ ਤਪ ਆਪਦੇ ਖਾਤੇ ਵਿੱਚ ਸੁਣਾਉਣ ਵਾਲੇ ਨੇ ਜਮ੍ਹਾਂ ਕਰ ਲਿਆ। ਮਤਲਬ ਇਹ ਸਭ ਤੋਂ ਵੱਡੀ ਭਗਤੀ ਹੈ ਜੋ ਗੁਰੂ ਕੀ ਸੰਗਤ ਨੂੰ ਕਥਾ ਸੁਣਾਉਣ ਦੀ ਸੇਵਾ ਕਰਨੀ ਹੈ। ਅਸੀਂ ਆਪਦੇ ਕਮਰੇ 'ਚ ਆਪਦੀ ਬਾਣੀ ਆਪਦਾ ਨਿਤਨੇਮ ਕਰ ਸਕਦੇ ਹਾਂ, ਉਹਦਾ ਫਲ ਉਨਾ ਹੀ ਹੈ ਜਿੰਨਾ ਪੜਾਂਗੇ। ਅਤੇ ਪਰ ਸੰਗਤ ਦੇ ਵਿੱਚ 1 ਘੰਟਾ ਸਰਵਣ ਕਰਾਉਣ ਦਾ ਫਲ ਜਿਨ੍ਹਾਂ ਨੇ ਸੁਣ ਲਿਆ ਉਨੇ ਘੰਟੇ ਦਾ ਤਪ ਜਮ੍ਹਾਂ ਹੋ ਜਾਂਦਾ। ਇਹ ਪਿੰਡਾਂ ਵਾਲੇ ਸੰਤਾਂ ਦਾ ਵਚਨ ਹੈ, ਔਰ ਉਹਨਾਂ ਦੇ ਵਰ ਦੇ ਨਾਲ ਹੀ ਇਹ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ। ਪਹਿਲਾਂ ਮਹਾਂਪੁਰਖ ਖੁਦ ਆਪ ਹੀ ਕਥਾ ਕਰਿਆ ਕਰਦੇ। ਕਿਸੇ ਵਿਰਲੇ ਵਾਂਝੇ ਗੁਰਸਿੱਖ ਨੂੰ ਇਹ ਦਾਤ ਪ੍ਰਾਪਤ ਹੁੰਦੀ ਅਤੇ ਵੰਡਦੇ ਤਾਂ ਮਹਾਂਪੁਰਖ ਬਥੇਰਾ, ਪਰ ਜਥੇ ਦੇ ਵਿੱਚ ਮਹਾਂਪੁਰਖ ਹੀ ਕਥਾ ਕਰਿਆ ਕਰਦੇ। ਪਰ ਇਹ ਸੰਤ ਕਰਤਾਰ ਸਿੰਘ ਦੀ ਕਿਰਪਾ ਹੋਈ ਤੋ ਅਨੇਕਾਂ ਹੀ ਸਿੰਘ ਸੋ ਉਹਨਾਂ ਦੀ ਕਿਰਪਾ ਦੇ ਨਾਲ ਪੜ੍ਹ ਲਿਖ ਕੇ ਅਤੇ ਵਿਦਵਾਨ ਬਣੇ। ਇਸ ਤਰੀਕੇ ਨਾਲ ਸੰਗਤ ਦੀ ਸੇਵਾ ਦੇ ਯੋਗ ਬਣਾਇਆ। ਇਹ ਮਹਾਰਾਜ ਦੀ ਇਹ ਵੀ ਇੱਕ ਸੇਵਾ ਹੈ, ਜੋੜਿਆਂ ਦੀ ਸੇਵਾ ਹੈ, ਪ੍ਰਸ਼ਾਦੀਆਂ ਦੀ ਸੇਵਾ, ਜਲ ਦੀ ਸੇਵਾ, ਲੰਗਰ ਦੀ ਸੇਵਾ, ਅੱਗ ਡਾਉਣ ਦੀ ਬਾਲਣ ਦੀ ਸੇਵਾ, ਅਤੇ ਗੁਰੂ ਘਰ ਦੀਆਂ ਆ ਝਾੜੂ ਫੇਰਨ ਦੀ ਸੇਵਾ, ਅਤੇ ਆ ਜੋ ਵੀ ਕਥਾ ਕੀਰਤਨ ਦੀ ਇਹ ਵੀ ਇੱਕ ਮਹਾਨ ਸੇਵਾ ਹੈ ਜੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਦੀ ਦਿੱਤੀ ਦਾਤ ਮੁਤਾਬਕ ਹੀ ਹੋ ਸਕਦੀ ਹੈ। ਬਥੇਰੀ ਦੁਨੀਆ ਤੁਰੀ ਫਿਰਦੀ ਹੈ, ਲੋਕ ਤਰਸਦੇ ਨੇ ਵੀ ਸਾਨੂੰ ਹਾਜ਼ਰੀ ਭਰਨ ਦਾ ਮੌਕਾ ਮਿਲੇ। ਇਹ ਵੱਡੇ ਭਾਗ ਨੇ, ਸਾਨੂੰ ਮਾਣ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂਗੇ ਜੋ ਗੁਰਚਰਨੀ ਸਿੱਖ ਪੜ੍ਹਦੇ ਹਾਂ। ਜਿੱਡਾ ਵੱਡਾ ਮੇਰਾ ਪਾਤਸ਼ਾਹ ਓਨੇ ਹੀ ਅਸੀਂ ਚਰਨਾਂ 'ਚ ਬੈਠੇ ਹੋਏ ਅਤੇ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣੇ ਹੋਏ ਹਾਂ, ਜਿਨ੍ਹਾਂ ਨੇ ਸੋ ਆਪ ਬਖਸ਼ਿਸ਼ ਕਰਕੇ ਕਿਰਪਾ ਕਰਕੇ ਆਪਦੇ ਚਰਨਾਂ 'ਚ ਬੈਠਣ ਦੇ ਯੋਗ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਤੋਂ ਵੱਡਾ ਤਪ ਹੈ, ਤਪੱਸਿਆ ਹੈ। ਸਾਧ ਗੁਰ ਕੀ ਸੇਵਾ ਇਹੋ ਤਪ ਪਰਵਾਨ। ਧੂਣੀਆਂ ਤਾ ਕੇ ਗਰਮੀ ਵਿੱਚ ਤਪ ਕਰਨ ਦੀ ਬਜਾਏ, ਸਰਦੀ ਦੇ ਵਿੱਚ ਗਲ ਗਲ ਤੱਕ ਪਾਣੀ 'ਚ ਖਲੋ ਕੇ ਤਪ ਕਰਨ ਦੀ ਬਜਾਏ, ਆਹ ਜਿਹੜਾ ਕਥਾ ਕੀਰਤਨ ਮਹਾਰਾਜ ਦੇ ਘਰ ਦੀ ਕੜਾਹ ਪ੍ਰਸ਼ਾਦ ਦੀ ਬੜੀ ਵੱਡੀ ਸੇਵਾ 2:30 ਵਜੇ ਤੋਂ ਹੀ ਭਾਂਡੇ ਖੜਕਣੇ ਸ਼ੁਰੂ ਹੋ ਜਾਂਦੇ ਅਤੇ ਰਾਤ ਦੇ 10 ਵਜੇ ਤੱਕ ਪ੍ਰਸ਼ਾਦ ਮੁੱਕਣਾ ਹੀ ਨਹੀਂ ਚਾਹੀਦਾ। ਸਮਾਪਤ ਹੋਇਆ ਨਹੀਂ ਅਤੇ ਉਹ ਬਾਟਾ ਖੜਕਿਆ ਨਹੀਂ, ਉਸੇ ਵਕਤ ਅੱਗ ਬਾਲੋ ਅਤੇ ਪ੍ਰਸ਼ਾਦ ਬਣਾਓ। ਤੋ ਇਹ ਬਹੁਤ ਕਰੜੀ ਬੜੀ ਸਖਤ ਮਿਹਨਤ ਵਾਲੀ ਸੇਵਾ। ਇਹ ਜਿਹੜੀ ਮਹਾਰਾਜ ਦੀ ਸੇਵਾ ਟਹਿਲ ਕਰਨੀ, ਇਹ ਸਾਰੇ ਤਪਾਂ ਤੋਂ ਪ੍ਰਮਾਣਿਕ ਤਪ ਹੈ। ਨਾਨਕ ਸੋ ਤਪਾ ਦਰਗਹ ਪਾਵੈ ਮਨ। ਅਤੇ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਕਿ ਉਹੀ ਤਪੀਆ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਜਾਂ ਸੱਚਖੰਡ ਵਿੱਚ ਆਦਰ ਮਾਣ ਸਤਿਕਾਰ ਪਾਉਂਦਾ ਹੈ ਜਿਹੜਾ ਸੇਵਾ ਕਰਦਾ ਹੈ। ਸਤਿਗੁਰ ਕੀ ਸੇਵਾ ਗਾਖੜੀ ਸੁਖੀ ਹੋ ਸੁਖਸਾਰ, ਇੱਥੇ ਮਿਲਣ ਵਡਾਈਆਂ ਦਰਗਹਿ ਮੁਖ ਦੁਆਰ। ਪੌੜੀ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਹਿ ਬੈਸਣ ਪਾਈਏ।
ਦਰਗਾਹ 'ਚ ਬੈਠਣਾ ਉਹ ਪਾਉਂਦਾ ਜੋ ਦੁਨੀਆ ਵਿੱਚ ਰਹਿ ਕੇ ਸੇਵਾ ਕਮਾਉਂਦਾ ਹੈ। ਪੌੜੀ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ, ਰਾਤ ਦਿਨ ਸਿਉ ਪਾਇਆ ਨਾ। ਉਸ ਪਰਮੇਸ਼ਰ ਨੇ ਹੀ ਦਿਨ ਅਤੇ ਰਾਤ ਦੇ ਨਿਯਮ ਪੈਦਾ ਕੀਤੇ ਹਨ, ਜਾਂ ਦਿਨ ਕਾਰੋ ਵਿਹਾਰ ਵਾਸਤੇ ਤੇ ਰਾਤ ਦਾ ਚੌਥਾ ਪਹਿਰ ਭਜਨ ਸਿਮਰਨ ਵਾਸਤੇ ਬਣਾਉਣਾ ਕੀਤਾ ਹੈ। ਤੇ ਜਿਹੜਾ ਪਹਿਲਾ ਪਹਿਰ ਹੈ ਤੇ ਚੌਥਾ ਪਹਿਰ ਹੈ ਭਜਨ ਸਿਮਰਨ ਲਈ। ਬਾਕੀ ਦੇ ਜਿਹੜੇ 2 ਪਹਿਰ ਨੇ 6 ਘੰਟੇ ਬਹੁਤ ਹੁੰਦੇ ਨੇ, ਤੇ ਉਹ ਸਰੀਰ ਦੇ ਆਰਾਮ ਵਾਸਤੇ ਬਣਾਏ ਹਨ। ਸੰਸਾਰ ਕੀ ਵਰਤਨ। ਇਹ ਜਗਤ ਦੀ ਵਿਵਹਾਰਤਾ ਵਰਤੋਂ ਵਿਵਹਾਰ ਲਈ ਹੀ ਮਹਾਰਾਜ ਨੇ ਸਭ ਕੁਛ ਦਿਨ ਰਾਤ ਸੂਰਜ ਚੰਦਰਮਾ ਆਦਿਕ ਬਣਾਏ ਨੇ। ਇਸੇ ਪ੍ਰਕਾਰ ਰਾਤ ਦਿਨ ਸਿਉ ਪਾਇਆ ਨਾ। ਰਾਤ ਦੀ ਨਿਆਈ ਅਗਿਆਨੀ ਤੇ ਦਿਨ ਦੀ ਤਰ੍ਹਾਂ ਗਿਆਨਵਾਨ ਪੈਦਾ ਕੀਤੇ ਨੇ। ਸੰਸਾਰ ਕੀ ਵਰਤਨ। ਇੰਜ ਇਹ ਸੰਸਾਰ ਦੀ ਬਣਤਰ ਦਾ ਵਰਤਾਰਾ ਬਣਾਇਆ ਹੈ। ਗੁਰਮਤੀ ਘਟ ਚਾਨਣਾ। ਗੁਰ ਸਿੱਖਿਆ ਦੁਆਰਾ ਜਿਸ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਹੈ, ਆਨੇਰ ਬਿਨਾਸਨ। ਉਸ ਦੇ ਅੰਦਰੋਂ ਅਗਿਆਨ ਦਾ ਹਨੇਰਾ ਨਾਸ਼ ਹੋ ਗਿਆ ਹੈ। ਹੁਕਮੇ ਸਭ ਸਾਜੀਆਂ ਨਾ। ਪਰਮੇਸ਼ਰ ਨੇ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਸਾਜਨਾ ਕੀਤੀ, ਰਚਨਾ ਕੀਤੀ ਹੈ। ਰਵਿਆ ਸਭ ਵਾਨ ਤ੍ਰੈਣਾ। ਸਾਰੇ ਜੰਗਲ ਕੱਖਾਂ ਆਦਿਕ 'ਚ ਰਮਿਆ ਹੋਇਆ ਹੈ। ਇਸੇ ਪ੍ਰਕਾਰ ਰਵਿਆ ਸਭ ਵਾਨ ਤ੍ਰੈਣਾ। ਵਣ ਦੀ ਤਰ੍ਹਾਂ ਸਰੀਰਾਂ 'ਚ ਤੇ ਤ੍ਰਿਣ ਦੀ ਤਰ੍ਹਾਂ ਕੱਖਾਂ ਆਦਿਕ ਸਭ ਥਾਵਾਂ 'ਚ ਰਮਿਆ ਹੋਇਆ ਹੈ। ਸਭ ਕਿਛ ਆਪੇ ਆਪ ਹੈ। ਵਣ ਦੀ ਤਰ੍ਹਾਂ ਸਰੀਰਾਂ 'ਚ ਤੇ ਤ੍ਰਿਣ ਦੀ ਤਰ੍ਹਾਂ ਜੋ ਬਨਸਪਤੀ ਇੰਦਰੀਆਂ ਆਦਿਕ ਵਿੱਚ ਸਭ ਇਹ ਰਮਿਆ ਹੋਇਆ। ਇਹ ਭਾਈ ਸਾਰਾ ਕੁਝ ਪਰਮੇਸ਼ਰ ਆਪਣਾ ਆਪ ਰੂਪ ਹੀ ਹੈ। ਗੁਰਮੁਖ ਸਦਾ ਹਰ ਭਾਣ। ਇਸ ਲਈ ਗੁਰਮੁਖਾਂ ਦੀ ਸੰਗਤ ਕਰਕੇ ਹਮੇਸ਼ਾ ਹਰੀ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕਰੋ ਭਾਈ। ਸਭ ਦੇਹੀ ਸੂਝੀ ਪਾਈ। ਉਹਨਾਂ ਨੂੰ ਗੁਰੂ ਉਪਦੇਸ਼ ਦੁਆਰਾ ਸੱਚ ਸਰੂਪ ਦੀ ਗਿਆਤ ਪੈ ਗਈ ਹੈ। ਸੱਚਾ ਆਪ ਬੁਝਾਈ। ਜਿਨ੍ਹਾਂ ਨੂੰ ਸੱਚੇ ਪਰਮੇਸ਼ਰ ਨੇ ਆਪ ਸਮਝ ਦਿੱਤੀ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ। ਇਹ ਸੱਚੇ ਪਾਤਸ਼ਾਹ ਤੂੰ ਅਚਰਜ ਹੈ ਅਰ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ। ਅਰ ਤੂੰ ਹੀ ਸੱਚੀ ਮਹਿਮਾ ਵਾਲਾ ਹੈ। ਸਲੋਕ ਮਹੱਲਾ ਤੀਜਾ। ਇਹ ਜਿਹੜੀ ਪੰਕਤੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਦਾਸਾਂ ਨੇ ਪੜ੍ਹ ਕੇ ਆਪ ਨੂੰ ਸਰਵਣ ਕਰਾਈ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਕਿ ਹਰ ਪੌੜੀ ਤੋਂ ਬਾਅਦ ਇਹ ਪੰਕਤੀ ਪੜ੍ਹੋ ਭਾਈ। ਅੱਗੇ 6ਵਾਂ ਸ਼ਲੋਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਅਭਿਆਗਤ ਹੈ ਨਾ ਆਖੀਆਂ ਨਾ। ਸਾਧ ਸੰਗਤ ਜੀਓ, ਇਹ ਪਾਵਨ ਸ਼ਲੋਕ ਸ੍ਰੀ ਗੁਰੂ ਅਮਰਦਾਸ ਜੀ ਨੇ ਮਾਈ ਦਾਸ ਵੈਸ਼ਨੂੰ ਦੇ ਪ੍ਰਥਾਏ ਉਚਾਰੀ ਹੈ। ਮਾਈ ਦਾਸ ਕ੍ਰਿਸ਼ਨ ਜੀ ਦਾ ਉਪਾਸ਼ਕ ਸੀਗਾ, ਜੋ ਆਪਣੇ ਹੱਥੀਂ ਆਪ ਭੋਜਨ ਤਿਆਰ ਕਰਕੇ ਛਕਦਾ ਹੁੰਦਾ ਸੀ। ਸਤਿਗੁਰਾਂ ਦੀ ਮਹਿਮਾ ਸੁਣ ਕੇ ਮਾਈ ਦਾਸ ਦੇ ਮਨ ਵਿੱਚ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਉਤਸ਼ਾਹ ਹੋ ਆਇਆ। ਸਤਿਗੁਰਾਂ ਦੇ ਦਰਸ਼ਨ ਕਰਨ ਲਈ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਿਆ। ਹਰ ਇੱਕ ਸਿੱਖ ਨੂੰ ਕਹਿਣ ਲੱਗਾ ਕਿ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਹਨ। ਗੁਰੂ ਸਾਹਿਬ ਜੀ ਕਿੱਥੇ ਨੇ? ਉਹ ਸਿੱਖ ਨੇ ਕਿਹਾ ਕਿ ਮਹਾਤਮਾ ਜੀ, ਇੱਥੋਂ ਦਾ ਇੱਕ ਨਿਯਮ ਹੈ ਕਿ ਪਹਿਲਾਂ ਆਪ ਜੀ ਲੰਗਰ ਵਿੱਚੋਂ ਪ੍ਰਸ਼ਾਦਾ ਛਕੋ, ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣਗੇ। ਮਾਈ ਦਾਸ ਵੈਸ਼ਨੂੰ ਕਹਿਣ ਲੱਗਾ ਕਿ ਮੇਰਾ ਨਿਯਮ ਹੈ, ਮੈਂ ਆਪਣੇ ਹੱਥੀਂ ਭੋਜਨ ਤਿਆਰ ਕਰਕੇ ਛਕਦਾ ਹਾਂ। ਸਿੱਖ ਨੇ ਉਸੇ ਵਕਤ ਲੰਗਰ ਵਿੱਚ ਜੋ ਸੁੱਕਾ ਸੀਦਾ ਹਾਜ਼ਰ ਸੀ ਲਿਆ ਕੇ ਦੇ ਦਿੱਤਾ। ਜਦ ਮਾਈ ਦਾਸ ਨੇ ਚੁੱਲ੍ਹਾ ਬਣਾਉਣ ਲਈ ਧਰਤੀ ਪੁੱਟੀ ਤਾਂ ਹੇਠੋਂ ਹੱਡੀਆਂ ਨਿਕਲੀਆਂ। ਤਾਂ ਉਸੇ ਵੇਲੇ ਆਪਣੇ ਆਪ ਨੂੰ ਅਪਵਿੱਤਰ ਜਾਣ ਕੇ ਇਸ਼ਨਾਨ ਕਰਨ ਚਲਾ ਗਿਆ। ਜਦੋਂ ਆ ਕੇ ਹੋਰ ਜਗ੍ਹਾ ਪੁੱਟੀ ਤਾਂ ਉੱਥੋਂ ਵੀ ਹੱਡੀਆਂ ਨਿਕਲੀਆਂ। ਫਿਰ ਇਸ਼ਨਾਨ ਕਰਕੇ ਤੀਸਰੀ ਵਾਰ ਜਗ੍ਹਾ ਪੁੱਟੀ,
ਉੱਥੋਂ ਫਿਰ ਹੱਡੀਆਂ ਨਿਕਲੀਆਂ। ਇਉਂ ਵਾਰ-ਵਾਰ ਹੱਡੀਆਂ ਨਿਕਲਣ ਤੋਂ ਖਿੱਝ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਗੈਰ ਹੀ ਵਾਪਸ ਦਵਾਰਕਾ ਵੱਲ ਨੂੰ ਚੱਲ ਪਿਆ। ਜਦ ਤੁਰਦਿਆਂ ਤੁਰਦਿਆਂ ਦਵਾਰਕਾ ਦੇ ਕੋਲ ਇੱਕ ਜੰਗਲ ਵਿੱਚ ਪਹੁੰਚਿਆ ਤਾਂ ਉਸ ਦਿਨ ਇਕਾਦਸ਼ ਤਾਰੀਖ ਜਾਣ ਕੇ ਵਰਤ ਰੱਖ ਲਿਆ। ਪਰੰਤੂ ਦੂਸਰੇ ਦਿਨ ਇਕਾਦਸ਼ੀ ਵਰਤ ਖੋਲ੍ਹਣ ਲਈ ਉਹਨੂੰ ਜੰਗਲ ਵਿੱਚੋਂ ਪਾਣੀ ਤੱਕ ਵੀ ਕੋਈ ਚੀਜ਼ ਨਾ ਮਿਲੀ। ਇਹਨੂੰ ਭੁੱਖ ਨੇ ਬੜਾ ਸਤਾਇਆ ਹੋਇਆ ਸੀ, ਪਰ ਉਹਦੀ ਜਾਨ ਬਚਾਉਣ ਵਾਸਤੇ ਕ੍ਰਿਸ਼ਨ ਜੀ ਨੇ ਗੁਪਤ ਰੂਪ ਅੰਦਰ ਇੱਕ ਥਾਲੀ ਵਿੱਚ ਦਾਲ ਅਤੇ ਚੌਲ ਪਾ ਕੇ ਉਹਦੇ ਅੱਗੇ ਰੱਖ ਦਿੱਤੇ। ਜਿਹਨੂੰ ਬ੍ਰਾਹਮਣ ਕੱਚਾ ਭੋਜਨ ਸਮਝਦੇ ਨੇ, ਵੇਖ ਕੇ ਮਾਈ ਦਾਸ ਵਿਚਾਰਦਾ, ਮਨ 'ਚ ਸੋਚਣ ਲੱਗਾ ਕਿ ਜੇਕਰ ਚੌਂਕੀ ਤੋਂ ਬਗੈਰ ਮੈਂ ਭੋਜਨ ਨੂੰ ਖਾਂਦਾ ਤਾਂ ਮੇਰਾ ਨਿਯਮ ਟੁੱਟਦਾ, ਜੇ ਪੱਕਾ ਭੋਜਨ ਮਿਲ ਜਾਏ ਤਾਂ ਮੈਂ ਵਰਤ ਤੋੜ ਲਵਾਂ। ਇੰਜ ਸੋਚ ਹੀ ਰਿਹਾ ਸੀ ਤਾਂ ਕ੍ਰਿਸ਼ਨ ਜੀ ਨੇ ਕੜਾਹ, ਪੂੜੀਆਂ, ਕਚੌਰੀ, ਲੱਡੂ ਆਦਿਕ ਪੱਕਾ ਭੋਜਨ ਯਾਨੀ ਤਲਿਆ ਹੋਇਆ ਮਠਿਆਈ ਥਾਲੀ 'ਚ ਪਰੋਸ ਕੇ ਅੱਗੇ ਲਿਆ ਕੇ ਰੱਖ ਦਿੱਤਾ। ਇਸ ਵਿਸਮਾਦ ਕੌਤਕ ਨੂੰ ਵੇਖ ਕੇ ਮਾਈ ਦਾਸ ਨੇ ਦਿਲ 'ਚ ਵਿਚਾਰਿਆ, ਮਨਾ ਇੰਨੇ ਭਿਆਨਕ ਜੰਗਲ ਜਿੱਥੇ ਦੂਰ ਦਰਾਡੇ ਕੋਈ ਮਨੁੱਖ ਦ੍ਰਿਸ਼ਟੀ ਨਹੀਂ ਆਉਂਦਾ, ਉੱਥੇ ਪਹਿਲਾਂ ਕੱਚਾ ਭੋਜਨ ਆਇਆ ਅਤੇ ਤਾਜ਼ਾ ਬਿਲਕੁਲ, ਫਿਰ ਮੇਰੇ ਸੰਕਲਪ ਅਨੁਸਾਰ ਪੱਕਾ ਭੋਜਨ ਆ ਗਿਆ। ਇਹ ਕਿਸੇ ਬੰਦੇ ਦਾ ਕੰਮ ਨਹੀਂ, ਇਹ ਕ੍ਰਿਸ਼ਨ ਭਗਵਾਨ ਜੀ ਆਪ ਹੀ ਕੌਤਕ ਕਰ ਰਹੇ ਨੇ। ਉਸ ਵੇਲੇ ਬੜੀ ਨਿਮਰਤਾ ਦੇ ਸਹਿਤ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਨ ਲੱਗਾ ਕਿ ਇਹ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਇੱਕ ਵਾਰ ਮੈਨੂੰ ਪ੍ਰਤੱਖ ਸਰਗੁਣ ਸਰੂਪ 'ਚ ਦਰਸ਼ਨ ਦੀਦਾਰ ਬਖਸ਼ ਦੇਵੋ। ਇਹ ਗੱਲ ਸੁਣ ਕੇ ਕ੍ਰਿਸ਼ਨ ਜੀ ਨੇ ਆਕਾਸ਼ਬਾਣੀ ਦੁਆਰਾ ਕਿਹਾ ਕਿ ਮੇਰਾ ਦੀਦਾਰ ਤੈਨੂੰ ਸ੍ਰੀ ਗੋਇੰਦਵਾਲ ਸਾਹਿਬ ਹੋਣਾ ਸੀਗਾ, ਜਿੱਥੋਂ ਹੋਣਾ ਸੀ ਉੱਥੋਂ ਤੂੰ ਭੱਜ ਆਇਆ, ਇੱਥੇ ਨਹੀਂ ਹੋਣ ਲੱਗਾ, ਨਾ ਹੀ ਤੇਰੀ ਮੁਕਤੀ ਹੋਣੀ ਹੈ। ਇਸ ਲਈ ਹੁਣ ਤੂੰ ਆਪਣੇ ਪ੍ਰਾਣਾਂ ਦੀ ਰਕਸ਼ਾ ਲਈ ਇਹ ਭੋਜਨ ਮੇਰਾ ਦਿੱਤਾ ਤੂੰ ਖਾ ਲਾ ਅਤੇ ਵਾਪਸ ਗੋਇੰਦਵਾਲ ਸਾਹਿਬ ਚਲਿਆ ਜਾ, ਉੱਥੋਂ ਤੈਨੂੰ ਮੇਰੇ ਦਰਸ਼ਨ ਹੋਣਗੇ। ਇੰਨੇ ਬਚਨ ਆਕਾਸ਼ਬਾਣੀ ਦੁਆਰਾ ਆ ਕੇ ਕ੍ਰਿਸ਼ਨ ਜੀ ਚਲੇ ਗਏ ਅਤੇ ਮਾਈ ਦਾਸ ਪੁੱਠੇ ਪੈਰੀਂ ਵਾਪਸ ਚੱਲਦਾ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਪੁੱਜਾ। ਜਦ ਸਾਰੇ ਸੰਸਿਆਂ ਅਤੇ ਸੰਜਮਾਂ ਨੂੰ ਛੱਡ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਦਰਬਾਰ ਵਿੱਚ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਦੇ ਕ੍ਰਿਸ਼ਨ ਰੂਪ ਦੇ ਵਿੱਚ ਦਰਸ਼ਨ ਵੇਖ ਕੇ ਤੇਜ ਪ੍ਰਤਾਪ ਨਾ ਸਹਾਰ ਸਕਿਆ, ਬੇਹੋਸ਼ ਹੋ ਕੇ ਡਿੱਗ ਪਿਆ। ਜਦ ਡਿੱਗਿਆ ਤਾਂ ਸਤਿਗੁਰਾਂ ਨੇ ਆਪਣੇ ਚਰਨ ਛੁਹਾ ਕੇ ਮਾਈ ਦਾਸ ਨੂੰ ਹੋਸ਼ ਵਿੱਚ ਲਿਆ ਕੇ ਬ੍ਰਹਮ ਗਿਆਨ ਬਖਸ਼ਿਆ ਅਤੇ ਪਾਵਨ ਸ਼ਲੋਕ ਉਚਾਰਨ ਕਰਕੇ ਮਾਈ ਦਾਸ ਨੂੰ ਅਭਿਆਗਤ ਦੀ ਪਰਿਭਾਸ਼ਾ ਦੱਸਦਿਆਂ ਇਹ ਉਪਦੇਸ਼ ਦੇਣਾ ਕੀਤਾ ਹੈ। ਜਥੇ ਦੀ ਇਹ ਮਰਯਾਦਾ ਹੈ ਕਿ ਜਾਣਦੇ ਖੁਦ ਆਪ ਦਾ ਲੰਗਰ ਆਪ ਤਿਆਰ ਕਰੋ, ਅਤੇ ਜੇ ਬਣਿਆ ਬਣਾਇਆ ਛਕਣਾ ਹੈ ਅਤੇ ਫਿਰ ਸ਼ੰਕਾ ਨਾ ਕਰੋ। ਗੁਰ ਪ੍ਰਸਾਦ ਭਰਮ ਕੋ ਨਾਸ ਸ਼ਲੋਕ ਪੜ੍ਹ ਕੇ ਵੱਧ ਤੋਂ ਵੱਧ ਭੋਗ ਲਵਾ ਕੇ ਛਕ ਲਵੋ, ਜਾਂ ਤੇ ਆਪ ਬਣਾ ਕੇ ਖਾਓ ਜਾਂ ਗਲਤੀਆਂ ਨਾ ਕੱਢੋ। ਅਤੇ ਗੁਰੂ ਕੇ ਲੰਗਰ ਦੇ ਵਿੱਚ ਕਈਆਂ ਛਾਪਾਂ ਵੀ ਪਾਈਆਂ ਹੁੰਦੀਆਂ ਛੱਲੇ, ਪਹਿਲਾਂ ਤਾਂ ਬੜਾ ਸੋਚੀਦਾ ਸੀਗਾ। ਕਾਲੀਏ ਜਿਹੜੇ ਪ੍ਰਸ਼ਾਦ ਵਰਤਾਉਣ ਵਾਲੇ ਉਹ ਗਰਿੱਲਾਂ ਨੂੰ ਵੀ ਹੱਥ ਲਾਈ ਜਾਂਦੇ, ਪੁੰਝੀ ਜਾਂਦੇ, ਉਸੇ ਤਰ੍ਹਾਂ ਹੀ ਇੱਧਰ ਉੱਧਰ ਹੱਥ ਲਾਈ ਜਾਂਦੇ, ਘੜੀਆਂ ਸਵਾਰੀ ਜਾਂਦੇ। ਉਹ ਕਈ ਵਾਰ ਸੋਚੀਦਾ ਮਨਾ ਵੀ ਛੱਡੋ ਖਹਿੜਾ, ਜੂਠੇ ਹੱਥ ਲਾਉਂਦੇ। ਫਿਰ ਮਨ ਵਿੱਚ ਸੋਚ ਆਉਂਦੀ ਵੀ ਜਦੋਂ ਬੁਖਾਰ ਚੜ੍ਹਦਾ ਤਾਂ ਦਵਾਈ ਵੀ ਤਾਂ ਖਾਈ ਦੀ ਹੋਈ ਆ, ਉਹ ਕਿਹੜਾ ਖੁਦ ਅਸੀਂ ਆਪ ਬਣਾਈ ਆ, ਕੀ ਪਤਾ ਕਿਸ ਤਰ੍ਹਾਂ ਦੇ ਹੱਥ ਲੱਗੇ ਨੇ। ਕਹਿੰਦੇ ਕਬੂਤਰਾਂ ਦੀਆਂ ਬਿੱਠਾਂ ਵੀ ਪੈਂਦੀਆਂ, ਰੱਬ ਹੀ ਜਾਣਦਾ। ਆ ਜਿਹੜੀਆਂ ਗੋਲੀਆਂ ਗਾਲੀਆਂ ਨੇ ਇਹਨਾਂ 'ਚ ਬੜਾ ਕੁਛ ਹੁੰਦਾ ਹੈ। ਅਤੇ ਆ ਪੀਣ ਵਾਲੀ ਦਵਾਈ ਤਾਂ ਬਿਲਕੁਲ ਹੀ ਅਵੋਇਡ ਆਪਾਂ ਕਰਦੇ ਹਾਂ, ਉਹਦੇ 'ਚ ਤਾਂ ਕਹਿੰਦੇ ਉਹ ਅਲਕੋਹਲ ਵੀ ਹੁੰਦਾ ਹੈ। ਤੋ ਦਵਾਈ ਆ, ਬਿਮਾਰ ਹੋਇਆ ਬੰਦਾ ਕੁਛ ਨਾ ਕੁਛ ਤਾਂ ਖਾਊਗਾ ਤਾਂ ਹੀ ਉੱਠੂਗਾ। ਤੋ ਦਵਾਈ ਵੀ ਤਾਂ ਖਾਣੀ ਹੈ। ਜੇ ਦਵਾਈ ਸਮਝ ਕੇ ਮਹਾਰਾਜ ਦਾ ਪ੍ਰਸ਼ਾਦ ਛਕ ਲਓ ਮੱਥਾ ਟੇਕ, ਮੈਂ ਤਾਂ ਹੁਣ ਭੁੰਜੇ ਚੁੱਕ ਕੇ ਵੀ ਖਾ ਲੈਂਦਾ, ਮਿੱਟੀ ਲੱਗੀ ਵੀ ਹੋਵੇ ਤਾਂ ਵੀ ਚੁੱਕ ਕੇ ਮੂੰਹ 'ਚ ਪਾ ਲਈਦਾ ਵੀ ਗੁਰੂ ਸਾਹਿਬ ਦਾ ਪ੍ਰਸ਼ਾਦ ਕਦੀ ਝੂਠਾ ਨਹੀਂ ਹੁੰਦਾ। ਜਿਹਦਾ ਹੱਥ ਝੂਠਾ ਹੈ ਜਾਂ ਧਰਤੀ ਝੂਠੀ ਹੈ ਅਤੇ ਉਹਦੇ ਆਪ ਦਾ ਕੋਈ ਗੁਨਾਹ ਹੋਊਗਾ, ਪਰ ਪ੍ਰਸ਼ਾਦ ਨਹੀਂ ਝੂਠਾ ਹੋਇਆ। ਸਾਡੇ ਪੰਜਾਂ ਪਿਆਰਿਆਂ 'ਚ ਇੱਕ ਸਿੰਘ ਲੱਗਦਾ ਹੁੰਦਾ ਸੀਗਾ, ਉਹਦਾ ਨਾਂ ਰੱਖਿਆ ਸੀ ਚੌਪਾ ਸਿੰਘ। ਉਹਨੂੰ ਪਹਿਲੀ ਵਾਰ ਪੁੱਛਿਆ ਵੀ ਕਿਹੜੀ ਬਾਣੀ ਪੜ੍ਹੇਗਾ,
ਉਹਨੇ ਚੌਪਈ ਦੀ ਬਜਾਏ ਕਹਿੰਦਾ ਚੌਪਾ, ਉਹਦਾ ਨਾਂ ਹੀ ਚੌਪਾ ਸਿੰਘ ਰੱਖਤਾ। ਇੱਕ ਵਾਰ ਹੇਠਾਂ ਪ੍ਰਸ਼ਾਦਾ ਡਿੱਗਾ ਅਤੇ ਉਹਨੇ ਚੁੱਕ ਕੇ ਝਾੜ ਕੇ ਤੇ ਛਕਣਾ ਸ਼ੁਰੂ ਕਰ ਦਿੱਤਾ। ਅਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਵੀ ਤੂੰ ਪੰਜਾਂ ਪਿਆਰਿਆਂ 'ਚ ਲੱਗਣ ਵਾਲਾ ਸਿੰਘ, ਇੰਨੀ ਮਰਜ਼ਾਦਾ ਰੱਖਦੇ ਨੇ ਸਿੰਘ, ਅਤੇ ਤੂੰ ਪੁੰਜੋਂ ਚੁੱਕ ਕੇ ਖਾ ਰਿਹਾ ਹੋਏ। ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੁਹਾਨੂੰ ਨਹੀਂ ਪਤਾ ਵੀ ਪ੍ਰਸ਼ਾਦੇ ਦੀ ਕੀਮਤ ਕਿੰਨੀ ਹੈ। ਕਹਿੰਦਾ ਮੈਂ ਟਰੱਕਾਂ ਵਾਲਿਆਂ ਨਾਲ ਰਿਹਾ, ਇਹਨਾਂ ਰੋਟੀਆਂ ਨੂੰ ਤਰਸੀਦਾ ਸੀਗਾ। ਇੱਧਰ ਬੰਗਾਲ, ਬਿਹਾਰ, ਕਲਕੱਤਾ, ਇੱਧਰਲੇ ਪਾਸੇ ਦੂਰ ਦੂਰ ਤੱਕ ਟਰੱਕ ਜਾਂਦੇ ਨੇ, ਅਤੇ ਮੀਲਾਂ ਦੇ ਮੀਲ ਟਰੱਕਾਂ ਨੇ ਚੱਲਦੇ ਜਾਣਾ, ਕੋਈ ਢਾਬਾ ਨਹੀਂ ਹੋਣਾ ਪੰਜਾਬੀਆਂ ਦਾ। ਰੋਟੀ ਨਸੀਬ ਨਾ ਹੋਣੀ, ਭੁੱਖੇ ਮਰਦੇ ਰਹਿਣਾ, ਤਰਸਦੇ ਰਹਿਣਾ, ਅਰਦਾਸ ਕਰਦੇ ਰਹਿਣਾ ਵੀ ਰੱਬ ਸੱਚਾ ਖਾਣ ਨੂੰ ਦੇ, ਨਾ ਪੀਣ ਨੂੰ ਪਾਣੀ ਅਤੇ ਨਾ ਖਾਣ ਨੂੰ ਰੋਟੀ। ਅਤੇ ਜੇ ਮਹਾਰਾਜ ਨੇ ਦਿੱਤੀ ਹੈ ਭੰਜੇ ਡਿੱਗ ਵੀ ਫਿਰ ਕੀ ਹੋਇਆ? ਗੁਰੂ ਕਾ ਲੰਗਰ ਹੈ ਅਤੇ ਪਵਿੱਤਰ ਹੈ, ਵਰਤਾਵੇ ਨੂੰ ਚਾਹੀਦਾ ਵੀ ਉਹ ਧਿਆਨ ਦੇ ਨਾਲ ਵਰਤਾਵੇ। ਵਰਤਾਵੇ ਦਾ ਗੁਨਾਹ ਹੈ। ਕਿਸੇ ਖਾਣ ਵਾਲੇ ਨੇ ਜੇ ਇੱਕ ਰੋਟੀ ਖਾਣੀ ਹੈ, ਜੇ ਭੁੰਜੇ ਸੁੱਟਤੀ, ਦੱਸੋ ਕੀ ਫਾਇਦਾ ਹੋਇਆ? ਇਹਦੇ ਨੂੰ ਬੰਦਾ ਨਾ ਹੀ ਸੇਵਾ ਕਰੇ। ਜੇ ਛਾਪਾਂ ਛੱਲੇ, ਕੜੇ ਚੂੜੀਆਂ ਨਹੀਂ ਲਾਉਣੀਆਂ, ਆਪਦੇ ਘਰ ਪਕਾਈ ਜਾਵੇ, ਬੱਚਿਆਂ ਨੂੰ ਖਵਾਈ ਜਾਏ। ਗੁਰੂ ਕੇ ਲੰਗਰ 'ਚ ਕਿਉਂ ਬੇਅਦਬੀ ਕਰ ਰਿਹਾ? ਮਹਾਰਾਜ ਜੀ ਮਰਜ਼ਾਦਾ ਕਿਉਂ ਨਹੀਂ ਰੱਖਦਾ? ਜੇ ਗੁਰੂ ਦੀ ਗੱਲ ਨਹੀਂ ਮੰਨੀ ਤਾਂ ਫਿਰ ਫਾਇਦਾ ਕੀ ਹੋਇਆ ਸੇਵਾ ਦਾ? ਇਹ ਗੁਨਾਹ ਉਸ ਬੰਦੇ ਨੂੰ ਹੈ ਜਿਹਨੇ ਰੋਟੀ ਸੁੱਟੀ ਆ ਜਾਂ ਆਪਦੇ ਹੱਥਾਂ ਨੂੰ ਚੰਗੀ ਤਰ੍ਹਾਂ ਸਵਾਰਿਆ ਨਹੀਂ। ਇੱਕ ਵਾਰ ਮੈਨੂੰ ਯਾਦ ਹੈ ਵੀ ਮੈਂ ਲੰਗਰ ਵਰਤਾ ਰਿਹਾ ਸੀਗਾ, ਮੈਨੂੰ ਪਤਾ ਨਹੀਂ ਸੀਗਾ, ਨਿਆਣਿਆਂ ਨੂੰ ਸਮਝ ਵੀ ਨਹੀਂ ਹੁੰਦੀ, ਨਾ ਦਾੜੀ ਨਾ ਮੁੱਛ, ਉਮਰ ਨਿਆਣੀ ਸੀਗੀ। ਮਹਾਂਪੁਰਖ ਮੇਰੀ ਪਿੱਠ ਪਿੱਛੇ ਨਾਲ ਨਾਲ, ਮੇਰਾ ਧਿਆਨ ਵਰਤਾਉਣ ਦੇ ਵਿੱਚ। ਸਿੰਘ ਨੇ ਹੱਥ ਕੀਤਾ ਅਤੇ ਮੈਂ ਪ੍ਰਸ਼ਾਦਾ ਠਾਹ ਕਰਕੇ ਵਗਾਤਾ ਮਾਰਿਆ। ਜਿਹੜਾ ਉੱਪਰਲਾ ਪਾਸਾ ਸੀਗਾ ਉਹ ਮੈਨੂੰ ਦਿਖ ਰਿਹਾ ਸੀਗਾ, ਉੱਪਰੋਂ ਮੈਂ ਚੁੱਕਿਆ ਅਤੇ ਠਾਹ ਕਰਕੇ ਉਹਦੇ ਹੱਥ 'ਤੇ ਮਾਰਿਆ। ਮਹਾਂਪੁਰਖਾਂ ਮੈਨੂੰ ਮੋਢੇ ਤੋਂ ਫੜਿਆ। ਮੈਂ ਤਾਂ ਵਰਤਾਉਂਦਾ ਅੱਗੇ ਚਲਾ ਗਿਆ, ਪਿੱਛਾ ਭੌਂ ਕੇ ਵੇਖਿਆ ਤੱਕ ਨਹੀਂ। ਬਾਬਾ ਠਾਕੁਰ ਸਿੰਘ ਸਾਹਿਬ ਖਾਲਸਾ ਜੀ ਦੀ ਮੈਂ ਗੱਲ ਸੁਣਾ ਰਿਹਾ। ਬਜ਼ੁਰਗ ਬਾਬਾ ਜੀ ਕਹਿੰਦੇ, ਸਿੰਘਾ ਲਿਆ ਬਈ ਮੈਨੂੰ ਪ੍ਰਸ਼ਾਦਾ ਦੇ ਦੇ। ਮੈਨੂੰ ਕਹਿੰਦੇ ਇੱਧਰ ਵੇਖ, ਆ ਤੂੰ ਦਿੱਤਾ? ਮੈਂ ਕਿਹਾ ਜੀ ਹਾਂ। ਕਹਿੰਦੇ ਸੜਿਆ ਪ੍ਰਸ਼ਾਦਾ ਹੈ। ਆਪਾਂ ਕਹਿੰਦੇ ਤਾਂ ਹਾਂ ਝੂਠ ਨਹੀਂ ਛੱਡਣੀ, ਅਤੇ ਜੇ ਮੁੱਠ ਭਰ ਕੇ ਮਿਰਚ ਸੁੱਟੀ ਹੋਊਗੀ, ਖਾਣ ਵਾਲਾ ਕੀ ਕਰੂਗਾ? ਨੱਕ 'ਚੋਂ ਪਾਣੀ, ਮੂੰਹ 'ਚੋਂ ਪਾਣੀ, ਸਾਥੋਂ ਤਾਂ ਖਾਧਾ ਨਹੀਂ ਜਾਂਦਾ। ਉੱਥੇ ਫਿਰ ਗੁਰੂ ਕਾ ਲੰਗਰ ਥੋੜ੍ਹਾ ਹੋਇਆ। ਆਪਦਾ ਸਰੀਰ ਵੀ ਅਗਲੇ ਨੇ ਵੇਖਣਾ। ਪਾਣੀ ਦੀ ਘੁੱਟ ਪਿਉਣੀ ਨਹੀਂ, ਕਹਿਣਾ ਇਹਨੂੰ ਝੂਠ ਨੂੰ ਖਾ, ਛੱਡਣੀ ਨਹੀਂ। ਬੰਦਾ ਕੀ ਕਰੂਗਾ? ਜਾਂ ਤਾਂ ਜੇਬ 'ਚ ਵੀ ਨਹੀਂ ਪਾਉਣ ਜੋਗਾ, ਹੱਥ 'ਚ ਫੜ ਕੇ ਘਰ ਨੂੰ ਲਿਜਾਊਗਾ ਵੀ ਚਲੋ ਬਾਅਦ 'ਚ ਔਖੇ ਸੌਖੇ ਖਾ ਲਾਂਗੇ, ਜਾਂ ਫਿਰ ਸੁੱਟੂਗਾ। ਗੁਨਾਹ ਤਾਂ ਬਣਾਉਣ ਵਾਲੇ ਦਾ ਅਤੇ ਵਰਤਾਉਣ ਵਾਲੇ ਦਾ। ਅਗਲੇ ਨੇ ਮੰਗਿਆ ਕਿ ਚਮਚਾ ਭਰ ਕੇ ਪਾਤੀ ਕੜਛੀ, ਦੱਸੋ ਗਲਤੀ ਕਿਹਦੀ ਹੈ? ਅਗਲੇ ਦੀ ਤਾਂ ਸ਼ਰਧਾ ਹੈ, ਫਿਰ ਗੁਨਾਹ ਕਿਹਨੂੰ ਲੱਗਾ? ਮੈਨੂੰ ਕਹਿੰਦੇ ਵੀ ਜਿਸ ਨੇ ਇੱਕ ਪ੍ਰਸ਼ਾਦਾ ਛਕਣਾ ਹੋਵੇ ਅਤੇ ਤੂੰ ਉਹਨੂੰ ਸੜਿਆ ਦੇ ਤਾ, ਉਹ ਕੀ ਕਰੂਗਾ? ਨਾ ਸੁੱਟਣ ਜੋਗਾ ਨਾ ਖਾਣ ਜੋਗਾ। ਪ੍ਰਸ਼ਾਦਾ ਵੇਖ ਕੇ ਦਈਦਾ ਅਤੇ ਦੋਵਾਂ ਪਾਸਿਆਂ ਤੋਂ ਫੜ ਕੇ ਬੜੇ ਪਿਆਰ ਦੇ ਨਾਲ ਅਗਲੇ ਦੇ ਹੱਥ 'ਤੇ ਰੱਖੀਦਾ। ਕਿਉਂਕਿ ਘਰੋਂ ਬੰਦਾ ਸੇਵਾ ਕਰਨ ਆਇਆ, ਜੇ ਗੁੱਸੇ ਜੀ ਕਰਦਾ ਰਿਹਾ ਫਿਰ ਫਾਇਦਾ ਕੀ ਹੋਇਆ? ਲਾਭ ਤਾਂ ਨਾ ਕੋਈ ਹੋਇਆ। ਸੇਵਾ ਦਾ ਲਾਭ ਤਾਂ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਲੈਣਾ। ਇੱਕ ਪਾਸੇ ਆਪਾਂ ਸੇਵਾ ਕਰਦੇ ਹਾਂ, ਇੱਕ ਪਾਸੇ ਗੁੱਸਾ ਕਰਦੇ ਹਾਂ। ਜਾਂ ਤਾਂ ਸੇਵਾ ਨਾ ਕਰੀਏ ਜਾਂ ਗੁੱਸਾ ਛੱਡ ਦਈਏ। ਕੰਮ ਤਾਂ ਇੱਕੋ ਹੀ ਹੋਣਾ ਚਾਹੀਦਾ, ਕਿਉਂਕਿ ਲਾਭ ਇੱਕ ਪਾਸੇ ਦਾ ਹੈ। ਅਤੇ ਇਸ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ, ਜਿੱਥੇ ਲੰਗਰ ਹੈ ਉੱਥੇ ਗੁਰੂ ਦੀ ਮਰਜ਼ਾਦਾ ਵੀ ਹੈ। ਤੋ ਸ਼ਰਧਾ ਭਾਵਨਾ ਸੰਗਤਾਂ ਦੀ ਵੀ ਹੋਣੀ ਚਾਹੀਦੀ ਹੈ। ਅੰਬ ਸਾਹਿਬ ਮੈਂ ਲੰਗਰ ਦੇ ਵਿੱਚ ਲਿਖਿਆ ਪੜ੍ਹਿਆ, ਅਤੇ ਕੋਈ ਗੱਲ ਮਨ 'ਚ ਘਰ ਕਰ ਜਾਏ ਉਹ ਸਾਰੀ ਉਮਰ ਨਹੀਂ ਭੁੱਲਦੀ। ਝੂਠ ਤਾਂ ਛੱਡਣੀ ਮਹਾਂ ਪਾਪ ਹੈ। ਉੱਥੇ ਲੰਗਰ 'ਚ ਲਿਖਿਆ ਹੋਇਆ, ਗੁਰਦੁਆਰਾ ਅੰਬ ਸਾਹਿਬ ਤੁਸੀਂ ਕਿਤੇ ਗਏ ਪੜ੍ਹਿਓ, ਉੱਥੇ ਲਿਖਿਆ ਵੀ ਪਾਣੀ ਵੀ ਝੂਠਾ ਨਾ ਛੱਡੋ, ਕਿਉਂਕਿ ਪਾਣੀ ਦੀ ਵੀ ਬਹੁਤ ਬੜੀ ਕੀਮਤ ਹੈ। ਮਤਲਬ ਪਹਿਲਾ ਪਾਣੀ ਜੀਓ ਹੈ, ਜਲ ਵੀ। ਉਹਨੂੰ ਛਕਣ ਦੇ ਨਾਲ ਜਿਹੜੀਆਂ ਅੱਖਾਂ ਨੇ ਉਹ ਸੁਹਾਵਣੀਆਂ ਹੁੰਦੀਆਂ, ਚਿਹਰੇ 'ਤੇ ਰੌਣਕ ਆਉਂਦੀ ਹੈ। ਇਸ ਲਈ ਜਲ ਵੀ ਓਨਾ ਪਾਓ ਜਿੰਨਾ ਆਪ ਨੂੰ ਲੋੜ ਹੈ। ਤੋ ਇਸ ਤਰੀਕੇ ਦੇ ਨਾਲ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਜ਼ਾਦਾ ਹੈ। ਗੁਰੂ ਸਾਹਿਬ ਦੀ ਕਿਰਪਾ ਹੋਵੇ, ਸਾਡੀ ਸ਼ਰਧਾ ਭਾਵਨਾ ਹੋਵੇ, ਤੋ ਗੁਰੂ ਕੇ ਲੰਗਰ ਵਿੱਚੋਂ
ਕਈ ਮਨ ਵਿੱਚ ਆਪਾਂ ਮਾਣ ਕਰਦੇ ਹਾਂ ਕਿ ਅਸੀਂ ਆਪ ਦੀ ਕਿਰਤ ਦਾ ਛਕਦੇ ਹਾਂ ਜੀ, ਅਤੇ ਆਪਾਂ ਤਾਂ ਗੁਰਦੁਆਰਿਓਂ ਨਹੀਂ ਖਾਂਦੇ ਹਾਂ। ਦੂਜਾ ਤਾਂ ਪੂਜਾ ਦਾ ਧਾਨ ਛਕਦਾ ਹੈ ਜੀ। ਪੂਜਾ ਦਾ ਧਾਨ ਉਸ ਵਾਸਤੇ ਹੈ ਜਿਹੜਾ ਬਾਣੀ ਨਹੀਂ ਪੜ੍ਹਦਾ ਅਤੇ ਸੇਵਾ ਨਹੀਂ ਕਰਦਾ। ਜਿਹੜਾ ਛਕ ਕੇ ਜਪਜੀ ਸਾਹਿਬ ਦਾ ਪਾਠ ਕਰਦਾ ਜਾਂ ਸੇਵਾ ਕਰਕੇ ਛਕਦਾ ਉਹਦੇ ਵਾਸਤੇ ਪ੍ਰਸ਼ਾਦ ਹੈ। ਜਿਹੜਾ ਅੰਮ੍ਰਿਤ ਜਾਣ ਕੇ ਛਕਦਾ ਉਹਦਾ ਮਨ ਪਵਿੱਤਰ ਹੁੰਦਾ ਹੈ। ਇੱਕ ਪ੍ਰੇਮੀ ਜਿਨ੍ਹਾਂ ਦੀ ਪੈਲੀ ਵਿੱਚ ਟਾਹਲੀ ਦਾ ਦਰਖਤ ਸੀਗਾ ਅਤੇ ਕੋਈ ਵੱਢਦਾ ਨਹੀਂ ਸੀਗਾ, ਉਹਨੇ ਬਿਨਾਂ ਹੀ ਅਰਦਾਸ ਕਰਨ ਤੋਂ, ਬਿਨਾਂ ਹੀ ਪ੍ਰਸ਼ਾਦ ਨੂੰ ਭੋਗ ਲਵਾਉਣ ਤੋਂ ਵੱਢਤਾ। ਉਹ ਕੋਈ ਬਦਬਲਾ ਸੀਗੀ, ਰੱਬ ਜਾਣੇ ਕੌਣ ਸੀਗਾ। ਉਹ ਨਿਆਣੇ 'ਤੇ ਭਾਰੂ ਪੈ ਗਿਆ ਕੰਮ। ਨਿਆਣਾ ਬੋਲਣਾ ਵੀ ਬੰਦ ਕਰ ਦਿੱਤਾ ਅਤੇ ਉਹਨੇ ਖਾਣਾ ਵੀ ਛੱਡਤਾ। ਸੀ ਉਹ ਪਿੰਡਾਂ ਵਾਲੇ ਸੰਤਾਂ ਦਾ ਸ਼ਰਧਾਲੂ। ਗੁਰਦੁਆਰਾ ਸ੍ਰੀ ਚਰਨ ਕਮਲ ਮਾਛੀਵਾੜਾ ਸਾਹਿਬ ਦੇ ਬਿਲਕੁਲ ਸਾਹਮਣੇ ਅੱਜ ਵੀ ਤੁਸੀਂ ਜਾ ਕੇ ਛੋਟੇ ਜਿਹੇ ਕੱਦ ਦਾ ਗੁਰਮੁਖ ਬਜ਼ੁਰਗ, ਉਹਦਾ ਸ਼ੋਰੂਮ ਹੈ, ਪਿਛਲੇ ਪਾਸੇ ਘਰ ਹੈ। ਅਤੇ ਉਦੋਂ ਘਰ ਪੈਲੀਆਂ ਸੀਗਾ। ਉਹ ਆਪਦੇ ਬੱਚੇ ਨੂੰ ਮੱਥਾ ਟਿਕਾਉਣ ਵਾਸਤੇ ਲੈ ਕੇ ਆਇਆ ਵੀ ਚਲੋ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ। ਮਹਾਂਪੁਰ ਗੇਟ 'ਤੇ ਖੜੇ ਸਨ, ਸਮਝ ਲਓ ਜਿਵੇਂ ਉਸ ਨੂੰ ਉਡੀਕਦੇ ਹੋਣ। ਅਤੇ ਉਹਨਾਂ ਆ ਕੇ ਫਤਿਹ ਬੁਲਾਈ, ਮੱਥਾ ਟੇਕਿਆ, ਬੱਚੇ ਨੂੰ ਦਰਸ਼ਨ ਕਰਾਏ। ਕਹਿੰਦੇ ਹਾਂਜੀ ਦੱਸੋ ਕਿਵੇਂ ਆਏ। ਕਹਿੰਦੇ ਜੀ ਆ ਬੱਚੇ ਨੂੰ ਕੋਈ ਔਰ ਹੋ ਗਈ ਹੈ, ਇਹਨੇ ਖਾਣਾ ਪੀਣਾ ਛੱਡਤਾ ਅਤੇ ਬੋਲਣਾ ਛੱਡਤਾ, ਅਤੇ ਇੰਝ ਮੇਰੇ ਕੋਲੋਂ ਗਲਤੀ ਹੋਈ ਹੈ, ਮੈਂ ਕੋਈ ਦਰਖਤ ਬਿਨਾਂ ਅਰਦਾਸ ਤੋਂ ਵੱਢਿਆ ਸੀ। ਮਹਾਂਪੁਰ ਕਹਿਣ ਲੱਗੇ ਵੀ ਕਿਸੇ ਨਾਲ ਮੱਥਾ ਨਹੀਂ ਲਾਈਦਾ, ਤੋ ਇਸ ਵਾਸਤੇ ਇੰਝ ਕਰੋ, ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕੋ ਅਤੇ ਬੱਚੇ ਨੂੰ ਲੰਗਰ ਛਕਾਓ। ਆਪ ਵੀ ਛਕੋ, ਲੰਗਰ ਪਹਿਲਾਂ ਛਕੋ, ਫਿਰ ਆਪਾਂ ਗੱਲ ਕਰਦੇ ਹਾਂ। ਅਤੇ ਜਦ ਉਹ ਲੰਗਰ 'ਚ ਗਏ, ਉਹ ਬੱਚੇ ਨੇ ਸਤਿਨਾਮ ਵਾਹਿਗੁਰੂ ਕਹਿ ਕੇ ਬੁਰਕੀ ਮੂੰਹ 'ਚ ਪਾ ਲਈ। ਗੁਰੂ ਕਾ ਲੰਗਰ ਸਮਝ ਲਓ ਅੰਮ੍ਰਿਤ ਰੂਪ ਦਵਾਈ ਰੂਪ ਹੋ ਕੇ ਉਹਨੂੰ ਲੱਗਾ, ਅਤੇ ਸਾਰੀ ਬਿਮਾਰੀ ਸਭ ਬਦਬਲਾ ਖਤਮ ਹੋ ਗਈ। ਤੋ ਇੰਝ ਮਹਾਰਾਜ ਦੇ ਘਰ ਦਾ ਜੋ ਪ੍ਰਸ਼ਾਦ ਹੈ, ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਹੈ, ਇਹ ਅੰਮ੍ਰਿਤ ਰੂਪ ਹੈ। ਕਿਉਂਕਿ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਚੰਗੇ ਪੁਰਸ਼ਾਂ ਨੇ ਸੇਵਾ ਕੀਤੀ ਹੁੰਦੀ ਹੈ, ਮੱਥਾ ਟੇਕ ਕੇ ਛਕਣ ਤੋਂ ਮਨ ਅਤੇ ਤਨ ਉਜਲ ਹੁੰਦਾ। ਇਹ ਮਾਈ ਦਾਸ ਵੈਸ਼ਨੋ ਦੇ ਪ੍ਰਥਾਏ ਸਤਿਗੁਰੂ ਜੀ ਨੇ ਸ਼ਲੋਕ ਉਚਾਰਿਆ ਹੈ। ਕਥਾ ਕਰਨ ਦਾ ਟਾਈਮ ਬਿਲਕੁਲ ਸਮਾਪਤ ਹੋ ਚੁੱਕਾ ਹੈ। ਬਾਕੀ ਕਥਾ ਆਪ ਨੂੰ ਕੱਲ੍ਹ ਸਰਵਣ ਕਰਾਵਾਂਗੇ ਜੀ। ਭੁੱਲਾਂ ਚੁੱਕਾ ਖਿਮਾ ਕਰਨੀ ਆ, ਅੱਗੇ ਤੋਂ ਸਮਤ ਬਖਸ਼ਣੀ। ਆਓ ਪਿਛਲੇ ਸ਼ਲੋਕ ਦੀ ਪੌੜੀ ਦੀ ਆਖਰੀ ਪੰਕਤੀ 'ਤੇ ਹੀ ਸਮਾਪਤੀ ਕਰੀਏ ਜੀ। ਸਭ ਕਿਛ ਆਪੇ ਆਪ ਹੈ, ਗੁਰਮੁਖ ਸਦਾ ਹਰ ਭਾਣ, ਸਭ ਦੇਹ ਸੋਜੀ ਪਾਈ, ਸੱਚਾ ਆਪ ਬੁਝਾਈ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।